ਨੈਕਸਟ ਟੌਪਿਕ ਆਪਣੇ ਕੋਲ ਹੈਗਾ ਸੈਟਿੰਗ ਅਪ ਅ ਸਮਾਲ ਬਿਜ਼ਨਸ ਇੰਟਰਪ੍ਰਾਈਜ਼। ਜਦੋਂ ਕੋਈ ਛੋਟਾ ਜਿਹਾ ਬਿਜ਼ਨਸ ਕਰਨਾ ਤੁਸੀਂ ਸਟਾਰਟ ਕਰਨਾ ਹੋਵੇ, ਉਹਦੇ ਲਈ ਸਭ ਪਹਿਲਾ ਕੁਐਸਚਨ ਸਾਡੇ ਕੋਲ ਆ ਰਿਹਾ ਹੈ ਸਟੈਪਸ। ਕੋਈ ਵੀ ਛੋਟੀ ਕੰਪਨੀ ਤੁਸੀਂ ਸਟਾਰਟ ਕਰਨੀ ਹੈ, ਉਹਦੇ ਲਈ ਸਟੈਪ ਕੀ ਹੋਣਗੇ? ਸਭ ਤੋਂ ਪਹਿਲਾ ਸਟੈਪ ਹੈਗਾ ਅਜੰਪਸ਼ਨਸ। ਅਸੀਂ ਇਹ ਦੇਖਾਂਗੇ ਵੀ ਸਾਡੇ ਕੋਲ ਕਿੱਦਾਂ ਦਾ ਪਲਾਨ ਹੈ। ਅਜੰਪਸ਼ਨਸ ਤਾਂ ਸਾਡੇ ਕੋਲ ਇਹ ਹੋਣਗੇ ਨਹੀਂ, ਸਾਡੇ ਕੋਲ ਅਸੀਂ ਕੀ ਮੀਨਸ ਕਿਸ ਤਰ੍ਹਾਂ ਦਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਹਾਂ। ਸਭ ਤੋਂ ਪਹਿਲਾਂ ਦੇਖਾਂਗੇ ਸਾਡੇ ਕੋਲ ਪਲਾਨ ਕਿਵੇਂ ਦਾ ਹੈਗਾ। ਸਾਡੇ ਕੋਲ ਰॉ ਮਟੀਰੀਅਲ ਲਈ ਇੱਕ ਸਪੈਸੀਫਿਕ ਸਾਈਟਸ ਹੈਗੀਆਂ ਕਿ ਨਹੀਂ, ਮੀਨਸ ਕਿਉਂਕਿ ਬਿਜ਼ਨਸ ਜਦੋਂ ਸਟਾਰਟ ਹੋਣਾ ਹੈ ਰॉ ਮਟੀਰੀਅਲ ਜ਼ਰੂਰੀ ਹੁੰਦਾ। ਰॉ ਮਟੀਰੀਅਲ ਲਈ ਤੁਹਾਡੇ ਕੋਲ ਸਪੈਸੀਫਿਕ ਸਾਈਟਸ ਮੀਨਸ ਜਿੱਥੋਂ ਤੁਹਾਨੂੰ ਪੱਕਾ ਪਤਾ ਹੈ ਵੀ ਤੁਹਾਨੂੰ ਜੋ ਚੀਜ਼ ਚਾਹੀਦੀ ਹੈ ਉਹ ਮਿਲਣ ਵਾਲੀ ਹੈਗੀ ਕਿ ਨਹੀਂ ਹੈ। ਫਿਰ ਉਸ ਤੋਂ ਬਾਅਦ ਤੁਹਾਡੇ ਬਿਜ਼ਨਸ ਦਾ ਸਾਈਜ਼, ਪਲਾਂਟ ਦੀ ਲੋਕੇਸ਼ਨ ਉਹ ਕਿਸ ਤਰ੍ਹਾਂ ਦੀ ਹੋਏਗੀ। ਫਿਕਸਡ ਲੋਕੇਸ਼ਨ ਫॉर ਲੇਬਰ, ਉੱਥੇ ਲੇਬਰ ਵੀ ਪ੍ਰੋਪਰ ਹੋਣੀ ਚਾਹੀਦੀ ਹੈ ਕਿਉਂਕਿ ਲੇਬਰ ਨਹੀਂ ਹੋਊਗੀ ਤਾਂ ਕੋਈ ਬਿਜ਼ਨਸ ਚੱਲਣਾ ਨਹੀਂ ਹੈਗਾ। ਉਸ ਤੋਂ ਬਾਅਦ ਯੂਨੀਫਾਰਮ ਕਲਚਰ, ਕਲਾਈਮੇਟ ਐਂਡ ਪੋਲੀਟੀਕਲ ਸਿਸਟਮ, ਮੀਨ ਜਿੱਥੇ ਤੁਸੀਂ ਆਪਣਾ ਬਿਜ਼ਨਸ ਲਗਾਉਣਾ ਉੱਥੇ ਦਾ ਕਲਚਰ ਸਿਸਟਮ ਕਿਵੇਂ ਦਾ ਹੈ, ਉੱਥੇ ਦਾ ਵਾਤਾਵਰਨ ਕਿਵੇਂ ਦਾ ਰਹਿੰਦਾ ਹੈਗਾ। ਪਲੱਸ ਉੱਥੇ ਦਾ ਪੋਲੀਟੀਕਲ ਸਿਸਟਮ, ਮੀਨ ਗਵਰਨਮੈਂਟ ਨੇ ਕੀ ਪਾਲਿਸੀਆਂ ਲਗਾਈਆਂ ਹੋਈਆਂ ਨੇ, ਇਹ ਚੀਜ਼ਾਂ ਸਾਨੂੰ ਦਿਮਾਗ ਦੇ ਵਿੱਚ ਰੱਖਣੀ ਪੈਣੀ ਹੈ। ਉਸ ਤੋਂ ਬਾਅਦ ਇੰਟਰਪ੍ਰੈਨਿਓਰਸ ਮਿਨੀਮਾਈਜ਼ ਕੋਸਟ ਆਫ ਪ੍ਰੋਡਕਸ਼ਨ, ਕਿਉਂਕਿ ਇੰਟਰਪ੍ਰੈਨਿਓਰ ਦੀ ਕੋਸਟ ਆਫ ਪ੍ਰੋਡਕਸ਼ਨ ਦੀ ਮਿਨੀਮਾਈਜ਼ ਕਰਦੇ ਨੇ ਸਾਡੇ ਕੋਲ ਇੰਟਰਪ੍ਰੈਨਿਓਰ ਪਰਸਨਸ ਕਿੰਨੇ ਹੋਣਗੇ। ਮੈंने ਪਹਿਲਾਂ ਜਿਵੇਂ ਐਗਜ਼ਾਮਪਲ ਕੀਤੀ ਵੀ ਜਦੋਂ ਸਿੰਗਲ ਪਰਸਨ ਕੋਈ ਬਿਜ਼ਨਸ ਸਟਾਰਟ ਕਰਦਾ ਇੰਟਰਪ੍ਰੈਨਿਓਰ ਦਾ ਹੁੰਦਾ ਹੀ ਹੈ। ਉਹ ਆਪਣੇ ਨਾਲ ਇਕੱਲਾ ਸਾਰਾ ਕੁਝ ਨਹੀਂ ਕਰ ਲੈਂਦਾ ਹੈਗਾ, ਉਹਦੇ ਨਾਲ ਕੁਝ ਹੋਰ ਪਰਸਨਸ ਵੀ ਮਿਲਦੇ ਹੈਗੇ ਨੇ ਜਿਨ੍ਹਾਂ ਨੇ ਬਿਜ਼ਨਸ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਹੈਗਾ। ਤਾਂ ਉਹਦੇ ਨਾਲ ਜਿਹੜੇ ਹੋਰ ਪਰਸਨਸ ਇੰਟਰਪ੍ਰੈਨਿਓਰ ਹੋ ਜਾਣਗੇ ਜੋ ਆਪਣੀ ਇਨੋਵੇਟਿਵ ਸਕਿੱਲਸ ਜਾਂ ਫਿਰ ਇੰਟਰਾਪ੍ਰੈਨਿਓਰ ਜਿਹੜੇ ਕੰਪਨੀ ਦੇ ਵਿੱਚ ਰਹਿ ਕੇ ਆਪਣੀ ਸਕਿੱਲ ਨਾਲ ਨਿਊ ਪ੍ਰੋਡਕਟ ਵੀ ਕੰਪਨੀ ਨੂੰ ਜਨਰੇਟ ਕਰਕੇ ਦਿੰਦੇ ਨੇ, ਮੀਨਸ ਕੰਪਨੀ ਦਾ ਫਾਇਦਾ ਵੀ ਕਰਾਉਂਦੇ ਨੇ ਆਪਣਾ ਫਾਇਦਾ ਵੀ ਕਰਵਾਉਂਦੇ ਨੇ। ਉਹ ਪਰਸਨ ਹਮੇਸ਼ਾ ਕੰਪਨੀ ਦੀ ਕੋਸਟ ਨੂੰ ਘਟਾਉਣਗੇ ਜਾਂ ਨਹੀਂ ਘਟਾਉਣਗੇ। ਉਸ ਤੋਂ ਬਾਅਦ ਪਰਫੈਕਟ ਕੰਪੀਟੀਸ਼ਨ ਐਗਜ਼ਿਸਟ, ਮੀਨਸ ਅਸੀਂ ਆਪਣਾ ਬਿਜ਼ਨਸ ਸਟਾਰਟ ਕਰਨ ਜਾ ਰਹੇ ਹਾਂ ਵੀ ਸਾਡੇ ਬਿਜ਼ਨਸ ਦਾ ਇੱਕ ਕੰਪੀਟੀਸ਼ਨ ਲੈਵਲ ਬਣੇਗਾ ਕਿ ਨਹੀਂ ਬਣੇਗਾ, ਸਾਡੀ ਕੰਪਨੀ ਕੰਪੀਟੀਸ਼ਨ ਤੋਂ ਬਾਹਰ ਹੀ ਨਾ ਰਹਿ ਜਾਵੇ। ਕੋਸਟ ਆਫ ਲੈਂਡ, ਸਟਰਕਚਰ, ਇਕਵਿਪਮੈਂਟ, ਕੈਪੀਟਲ ਡੂ ਨਾਟ ਵੈਰੀ ਰੀਜਨਲੀ। ਉਸ ਤੋਂ ਬਾਅਦ ਸਾਡੀ ਜਿਹੜੀ ਲੈਂਡ ਆ ਉਹਦੀ ਕੋਸਟ ਸਾਨੂੰ ਕਿੰਨੀ ਪੈਣੀ ਹੈਗੀ ਹੈ, ਸਾਨੂੰ ਮਸ਼ੀਨਰੀ ਕਿੰਨੀ ਲੋੜ ਪੈਣੀ ਹੈਗੀ ਹੈ, ਟੂਲਸ ਵਗੈਰਾ ਸਾਨੂੰ ਕਿੰਨੇ ਲੋੜ ਪੈਣਗੇ। ਪਲੱਸ ਸਾਡੀ ਕੈਪੀਟਲ ਵਾਰ ਸਾਨੂੰ ਲੋੜ ਤਾਂ ਨਹੀਂ ਪਈ ਹੈਗੀ, ਮੀਨਸ ਇੱਕ ਵਾਰ ਅਸੀਂ ਜਿੰਨਾ ਪੈਸੇ ਲਗਾ ਦੀ ਉਹਦੇ ਨਾਲ ਚੱਲ ਜੂਗਾ, ਜਾਂ ਵਾਰ ਲੋੜ ਪੈਣੀ ਹੈ ਉਸ ਦੇ ਅਕੋਰਡਿੰਗ ਸਾਨੂੰ ਬਿਜ਼ਨਸ ਸਟਾਰਟ ਕਰਨਾ ਪੈਂਦਾ ਹੈ। देयर इज यूनिफॉर्म सिस्टम ऑफ ट्रांसपोर्ट ओवर ए फ्लैट सरफेस, जिथे अपना बिजनेस लगाना उत्थे कहना ट्रांसपोर्ट का भी प्रॉपर यूनिफॉर्म स्ट्रक्चर होना चाहिए। मीनस गड्डियां आ जा सकती हो, कोई इदां की जगह भी ना हो भी जिथे कोई वड्डी गड्डी पहुंच ही नहीं सकती हैगी, या फिर लोकेशन या फिर सड़क सारी टुटियां हुई, वो चीज़ां ना हो। ये सारी चीज़ां सानूं अपने दिमाग दे विच रखनी पैंदी है। सैकेंड पॉइंट हैगा साडा रॉ मटीरियल और मार्केट साइड। हमेशा कहना बिजनेस उत्थे होना चाहिए जिथे प्रॉपर रॉ मटीरियल मिल सके, प्लस मार्केट की साइड हो, मीनस मार्केट साडे आस पास होनी चाहिए, असीं प्रॉपर तरीके नाल मार्केट सामान भेज भी सकीए, प्लस मार्केट तो सामान आ भी सके। कुल मिला के गल करिए तो मीनस उत्थे ट्रांसपोर्ट फैसिलिटीज़ होनी चाहिए, क्योंकि ट्रांसपोर्ट फैसिलिटीज़ होनी है तो ही मार्केट तक आने जाने का काम हो सकेगा। फिर है साडे कोल मटीरियल इंडैक्स। मटीरियल के भी सानूं इंडैक्स बना के, मीनस मटीरियल असीं केयर किमें करांगे, मीनस उसकी इन्वेंटरी किस तरह करांगे, या तो तुसीं इकोनॉमिक ऑर्डर क्वांटिटी नाल चलो, या फिर FIFO LIFO जो मैथड है वो यूज़ करो, या ABC क्लैसीफिकेशन करो, या उस तो बाद FSND करो, VED करो। मीन जो भी तुसीं मैथड लगा के अपनी क्लासीफिकेशन करना चाहते मार्केट के मटीरियल की, वो तुसीं प्रॉपर तरीके नाल करो, क्योंकि जो मटीरियल प्रॉपर तरीके नाल केयर करी जाऊगी फिर थोड़ी कोस्ट ऑटोमोट से घट जाऊगी। जो तुसीं ऑर्डर लगाना होगा फिर तुहानूं पता होगा भी असीं टाइम बेस से ऑर्डर लगाना है और कितना ऑर्डर लगाना है। अगर क्वांटिटी बेस से चलांगे फिर असीं हर बार ही उन्ना समान मंगाते चले जावांगे, साडे कोल ब्लॉकेज ऑफ एसेट्स होने चले जाणगे। नीड फॉर इंटरप्राइज लोकेशंस। जदों भी कहना कोई बिजनेस स्टार्ट करते हैं इंटर लोकेशन जरूर मैटर करती हैगी है, क्योंकि जदों भी कंपनी स्टार्ट होनी है उन्हें काफ़ी पॉइंट देखने होंगे ने, क्योंकि जदों कोई जगह तुसीं सिलेक्ट कर लोगे उस जगह ते लोगों वालों कोई प्रॉब्लम ना हो, मीनस वातावरण उत्थे प्रॉपर रहिंदा होवे, कोई इदां दी ਜਾਂ ਫਿਰ ਅਸੀਂ ਲੇਬਰ ਪ੍ਰੋਪਰ ਮਿਲਦੀ ਹੋਵੇ, ਕੋਈ ਇਦਾਂ ਦਾ ਆਫਿਸ ਨਾਲ ਤੁਸੀਂ ਖੋਲਿਆ ਨਾ ਬਿਲਡਿੰਗ ਖੋਲੀ ਹੋਵੇ ਜਿੱਥੇ ਕੋਈ ਦੂਰ ਦੂਰ ਤੱਕ ਕੋਈ ਜਾਂਦਾ ਹੀ ਨਾ ਹੋਵੇ ਪਰਸਨ, ਜਾਂ ਲੋਕ ਆਉਣ ਜਾਣ ਤੋਂ ਡਰਦੇ ਹੋਣ ਵੀ ਰਸਤਾ ਸੇਫ ਸਹੀ ਨਹੀਂ ਹੈ, ਉਹ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਦੇਖਣੇ ਪੈਣੀ ਹੈ। ਉਸ ਤੋਂ ਬਾਅਦ ਟਰਾਂਸਪੋਰਟ ਫੈਸਿਲਿਟੀਜ਼, ਜਾਂ ਫਿਰ ਇਹ ਦੇਖਾਂਗੇ ਵੀ ਉੱਥੇ ਹੋਰ ਵੀ ਕੋਈ ਫੈਕਟਰੀਜ਼ ਹੈਗੀਆਂ ਕਿ ਨਹੀਂ ਹੈਗੀਆਂ। ਇਹ ਨਾ ਹੋਵੇਗਾ ਸਿਰਫ ਇੱਕੋ ਹੀ ਫੈਕਟਰੀ ਖੋਲ ਕੇ ਬੈਠੇ ਹੋਏ ਜੰਗਲਾਂ ਦੇ ਏਰੀਏ ਦੇ ਵਿੱਚ, ਇਹ ਲੋਕੇਸ਼ਨ ਕਦੇ ਵੀ ਮੈਟਰ ਨਹੀਂ ਕਰਦੀ ਹੈਗੀ। ਜੋ ਅਸੀਂ ਜਗ੍ਹਾ ਲਈ ਹੈਗੀ ਹੈ ਇਹ ਵੀ ਧਿਆਨ ਰੱਖਣਾ ਪਊਗਾ ਵੀ ਕਈ ਵਾਰ ਅਸੀਂ ਹੁੰਦਾ ਕਿਸੇ ਤੋਂ ਜਗ੍ਹਾ ਠੇਕੇ ਤੇ ਲੈ ਲਈ ਐਗਜ਼ਾਮਪਲ, ਉਹ ਜਗ੍ਹਾ ਪਹਿਲਾਂ ਤੋਂ ਹੀ ਖਰਾਬ ਹੈਗੀ, ਅਸੀਂ ਉਹਦੇ ਆਪਣਾ ਕੰਮ ਸ਼ੁਰੂ ਕਰਤਾ, ਇਹ ਚੀਜ਼ ਵੀ ਦੇਖਣੀ ਪਵੇ ਲੈਣ ਤੋਂ ਬਾਅਦ ਤੁਹਾਨੂੰ ਰਿਨਿਊਵਲ ਨਾ ਕਰਾਉਣੀ ਪਵੇ, ਮੀਨਸ ਉਹ ਚੀਜ਼ ਪ੍ਰੋਪਰ ਸੈਟਅਪ ਮਿਲਣੀ ਚਾਹੀਦੀ ਹੈ। ਜਾਂ ਫਿਰ ਤੁਹਾਡੇ ਕੋਲ ਕੋਈ ਇੱਦਾਂ ਦੀ ਜਗ੍ਹਾ ਨਾ ਹੋਵੇ ਜਿੱਥੇ ਅਬੰਡੈਂਟ ਹੋਵੇ, ਮੀਨਸ ਗੌਰਮੈਂਟ ਨੇ ਜਾਂ ਲੋਕਾਂ ਵੱਲੋਂ ਜਗ੍ਹਾ ਮੀਨਸ ਬੰਦ ਹੀ ਕਰੀ ਹੋਈ ਹੈ ਵੀ ਉੱਥੇ ਕੋਈ ਜਾਂਦਾ ਨਹੀਂ ਹੈਗਾ, ਫਿਰ ਵੀ ਤੁਸੀਂ ਇੱਦਾਂ ਦੀ ਜਗ੍ਹਾ 'ਤੇ ਜਾ ਕੇ ਬਿਜ਼ਨਸ ਸਟਾਰਟ ਕਰ ਰਹੇ ਹੋ, ਇਹ ਚੀਜ਼ਾਂ ਹੋਈ। ਜਾਂ ਫਿਰ ਅਸੀਂ ਇਹ ਦੇਖਾਂਗੇ ਵੀ ਆਪਣਾ ਬਿਜ਼ਨਸ ਜਦੋਂ ਸਟਾਰਟ ਕਰ ਰਹੇ ਹਾਂ ਸਾਨੂੰ ਬ੍ਰਾਂਚਿਸ ਜਾਂ ਫਿਰ ਸਬ ਬ੍ਰਾਂਚਿਸ ਜਾਂ ਉਸ ਤੋਂ ਅਲੱਗ ਤੋਂ ਬ੍ਰਾਂਚਿਸ ਖੋਲ੍ਹਣ ਦੀ ਲੋੜ ਹੈ ਜਾਂ ਨਹੀਂ ਹੈ, ਸਾਡਾ ਬਿਜ਼ਨਸ ਵਨ ਪਲੇਸ ਨਾਲ ਚੱਲ ਸਕਦਾ ਜਾਂ ਨਹੀਂ ਚੱਲ ਸਕਦਾ। ਉਸ ਤੋਂ ਬਾਅਦ ਸਾਨੂੰ ਰੀਜ਼ਨ ਦੇਖਣਾ ਹੋਊਗਾ, ਉੱਥੇ ਦੇ ਲੋਕ ਕਮਿਊਨਿਟੀ ਦੇਖਣੀ ਹੋਊਗੀ, ਕਿਉਂਕਿ ਲੇਬਰ ਸਾਨੂੰ ਹਮੇਸ਼ਾ ਚਾਹੀਦੀ ਹੋਊਗੀ। ਪਲੱਸ ਅਸੀਂ ਓਪਟੀਮਮ ਯੂਜ਼ ਕਿਸ ਤਰ੍ਹਾਂ ਕਰਾਂਗੇ। ਜਦੋਂ ਸਮਾਲ ਬਿਜ਼ਨਸ ਸਟਾਰਟ ਕਰਨਾ ਤਾਂ ਪਹਿਲਾਂ ਕਹਿੰਦਾ ਆਪਣੇ ਆਪ ਨੂੰ
ਪਲੱਸ ਆਪਣੇ ਜੋ ਆਬਜੈਕਟਿਵ ਨੇ ਉਹਨਾਂ ਨੂੰ ਦਿਮਾਗ 'ਚ ਰੱਖੋ। ਫਿਰ ਹਮੇਸ਼ਾ ਕੋਸ਼ਿਸ਼ ਕਰੋ ਕਿ ਨਵੇਂ ਤੋਂ ਨਵੇਂ ਆਈਡੀਆ ਜਨਰੇਟ ਹੁੰਦੇ ਚਲੇ ਜਾਣ। ਧਿਆਨ ਰੱਖੋ ਕਿ ਜਿਹੜਾ ਵੀ ਡਿਸੀਜਨ ਲੈਣਾ ਤੁਸੀਂ ਖੁਦ ਲੈਣਾ ਹੈਗਾ, ਕਿਉਂਕਿ ਜਦੋਂ ਬਿਜ਼ਨਸ ਕੋਈ ਬੰਦਾ ਐਂਟਰਪ੍ਰੀਨਰ ਸਟਾਰਟ ਕਰਦਾ ਹੈਗਾ ਤਾਂ ਬਿਜ਼ਨਸ ਖੁਦ ਹੀ ਲੈ ਕੇ ਚੱਲਦਾ ਹੈਗਾ। ਆਪਣੇ ਨਾਲ ਕਹਿੰਦਾ ਆਪਣੀ ਏਜੰਸੀਜ਼ ਔਰ ਪਬਲਿਕੇਸ਼ਨ ਜ਼ਰੂਰ ਕਰਵਾਓ, ਆਪਣੇ ਕੰਮ ਲਈ ਪਬਲਿਕੇਸ਼ਨ ਮੀਨਸ ਐਡਵਰਟਾਈਜ਼ਮੈਂਟ ਜ਼ਰੂਰ ਕਰਾਓ, ਔਰ ਜੋ ਏਜੰਸੀਜ਼ ਹੁੰਦੀਆਂ ਨੇ ਉਹਨਾਂ ਨੂੰ ਨਾਲ ਜੋੜ ਕੇ ਜ਼ਰੂਰ ਰੱਖੋ। ਇੱਕ ਲਾਈਨ ਸਟਾਰਟ ਕਰ ਲਓ, ਕਿਉਂਕਿ ਤੁਸੀਂ ਇੱਕ ਵਾਰ ਲਈ 5-6 ਲਾਈਨ ਸਟਾਰਟ ਕਰਕੇ ਬਿਜ਼ਨਸ ਸਟਾਰਟ ਕਰੋਗੇ ਕਦੀ ਨਹੀਂ ਬਿਜ਼ਨਸ ਪ੍ਰੋਪਰ ਸੈਟਅਪ ਹੋਣਾ। ਹਮੇਸ਼ਾ ਇੱਕ ਲਾਈਨ ਨਾਲ ਬਿਜ਼ਨਸ ਸਟਾਰਟ ਕਰੋ। ਬਾਅਦ ਦੇ ਵਿੱਚ ਸਾਨੂੰ ਲੋੜ ਪਈ ਤਾਂ ਅਸੀਂ ਮਿਕਸ ਬਿਜ਼ਨਸ ਦੇ ਵਿੱਚ ਜਾ ਸਕਦੇ ਹਾਂ। ਇੱਕ ਲਾਈਨ ਦੇ ਵਿੱਚ ਕਹਿੰਦਾ ਤੁਸੀਂ ਓਨਰਸ਼ਿਪ ਵੀ ਦੇਖੋ ਵੀ ਤੁਸੀਂ ਪ੍ਰੋਪਰਾਈਟਰਸ਼ਿਪ ਚੁਣੋਗੇ, ਪਾਰਟਨਰਸ਼ਿਪ ਚੁਣੋਗੇ, ਕਾਰਪੋਰੇਸ਼ਨ ਚੁਣੋਗੇ ਜਾਂ ਫਿਰ ਕੰਪਨੀਜ਼ ਚੁਣੋਗੇ। ਹਮੇਸ਼ਾ ਕਹਿੰਦਾ ਇਹ ਦੇਖੋ ਵੀ ਡਿਸਾਈਡ ਵੈਦਰ ਟੂ ਪਰਚੇਜ਼ ਅ ਗੋਇੰਗ ਕੰਸਰਨ ਔਰ ਸਟਾਰਟ ਅ ਨਿਊ। ਹਮੇਸ਼ਾ ਦਿਮਾਗ ਦੇ ਵਿੱਚ ਰੱਖੋ ਵੀ ਅਸੀਂ ਕਿਸੇ ਦਾ ਚੱਲਦਾ ਹੋਇਆ ਪ੍ਰੋਡਕਟ ਮਾਰਕੀਟ ਬਿਜ਼ਨਸ ਖਰੀਦ ਲਈਏ ਜਾਂ ਨਵਾਂ ਬਿਜ਼ਨਸ ਚਲਾਈਏ। ਇਹ ਪੁਆਇੰਟ ਤੁਹਾਡੇ ਦਿਮਾਗ 'ਚ ਹੋਣਾ ਚਾਹੀਦਾ ਤਾਂ ਜਾ ਕੇ ਕਹਿੰਦਾ ਤੁਸੀਂ ਸਨੋਮਲ ਬਿਜ਼ਨਸ ਇੰਟਰਪ੍ਰਾਈਜ਼ ਜੋ ਹੈ ਹਮੇਸ਼ਾ ਪ੍ਰੋਪਰ ਤਰੀਕੇ ਨਾਲ ਸੈਟਅਪ ਕਰ ਸਕਦੇ ਹੋ। ਫਿਰ ਤੁਹਾਡੇ ਕੋਲ ਹੈਗਾ ਸਿਲੈਕਸ਼ਨ ਦੀ ਟਾਈਪ ਆਫ ਆਰਗੇਨਾਈਜੇਸ਼ਨ। ਜਿਹੜਾ ਤੁਸੀਂ ਬਿਜ਼ਨਸ ਸੈਟਅਪ ਕਰਨਾ ਉਹ ਕਿਸ ਪ੍ਰਕਾਰ ਦਾ ਹੋਣਾ ਚਾਹੀਦਾ। 3-4 ਪ੍ਰਕਾਰ ਦੇ ਬਿਜ਼ਨਸ ਸਟਾਰਟ ਹੋ ਜਾਂਦੇ ਨੇ, ਸੋਲ ਪ੍ਰੋਪਰਾਈਟਰਸ਼ਿਪ, ਪਾਰਟਨਰਸ਼ਿਪ, ਕੰਪਨੀ ਜਾਂ ਫਿਰ ਕਾਰਪੋਰੇਸ਼ਨ। ਸਾਰਿਆਂ ਬਾਰੇ ਡਿਟੇਲ 'ਚ ਵੈਸੇ ਦਿੱਤਾ ਹੋਇਆ, ਚਲੋ ਆਪਾਂ ਫਟਾਫਟ ਪੜ੍ਹ ਦਿੰਦੇ ਹਾਂ। ਜੁਆਇੰਟ ਸੋਲ ਪ੍ਰੋਪਰਾਈਟਰਸ਼ਿਪ ਕੀ ਹੁੰਦੀ, ਜਦੋਂ ਸਿੰਗਲ ਪਰਸਨ ਆਪਣਾ ਬਿਜ਼ਨਸ ਸਟਾਰਟ ਕਰਦਾ ਹੈਗਾ, ਜਾਂ ਫਿਰ ਹਿੰਦੂ ਅਨਡਿਵਾਈਡਡ ਫੈਮਿਲੀਜ਼ ਆਪਣਾ ਬਿਜ਼ਨਸ ਸਟਾਰਟ ਕਰ ਲੈਂਦੀ ਹੈ। ਮੀਨਸ ਫੈਮਿਲੀ ਸਾਰਾ ਬਿਜ਼ਨਸ ਤਾਂ ਨਹੀਂ ਦੇਖਣੀ ਹੁੰਦੀ, ਸਿਰਫ ਇੱਕ ਪਰਸਨ ਹੀ ਕੰਮ ਦੇਖ ਰਿਹਾ ਹੁੰਦਾ ਜਿਹੜਾ ਕਰਤਾ ਹੁੰਦਾ। ਮੀਨਸ ਉਹਨਾਂ ਦੇ ਵਿੱਚ ਸੋਲ ਪ੍ਰੋਪਰਾਈਟਰਸ਼ਿਪ ਹੁੰਦੀ, ਇੱਕ ਪਰਸਨ ਹੀ ਕੰਮ ਦੇਖਣ ਵਾਲਾ ਹੁੰਦਾ ਹੈ। ਸਾਰਾ ਦਾ ਸਾਰਾ ਕੰਟਰੋਲ ਜੋ ਸਿੰਗਲ ਪਰਸਨ ਦੇ ਉੱਪਰ ਹੁੰਦਾ ਹੈ। ਇਹਦਾ ਫਾਇਦੇ ਕੀ ਹੁੰਦੇ ਨੇ, ਟੋਟਲ ਕੰਟਰੋਲ ਆਫ ਦੀ ਓਨਰ, ਸਾਰਾ ਕੰਟਰੋਲ ਓਨਰ ਦੇ ਉੱਪਰ ਹੁੰਦਾ ਹੈ। ਦੂਸਰਾ ਸਿੰਪਲਿਸਿਟੀ ਆਫ ਆਰਗੇਨਾਈਜੇਸ਼ਨ, ਇਦਾਂ ਦੀ ਆਰਗੇਨਾਈਜੇਸ਼ਨ ਕਹਿੰਦਾ ਬਿਲਕੁਲ ਸਿੰਪਲ ਤਰੀਕੇ ਨਾਲ ਸਟਾਰਟ ਹੋ ਜਾਂਦੀ ਹੈ। ਕੋਈ ਰਜਿਸਟ੍ਰੇਸ਼ਨ ਜ਼ਿਆਦਾ ਕਰਾਉਣ ਦੀ ਕੋਈ ਲੋੜ ਨਹੀਂ ਪੈਂਦੀ ਹੈ ਕਿ ਅਸੀਂ ਨਾਰਮਲੀ ਬਿਜ਼ਨਸ ਈਜ਼ੀਲੀ ਬਿਜ਼ਨਸ ਸੈਟਅਪ ਕਰ ਲੈਂਦੇ ਹਾਂ। ਲੀਸਟ ਰੈਗੂਲੇਟਰੀ ਆਫ ਆਲ ਬਿਜ਼ਨਸ ਦਾ ਕਹਿੰਦਾ ਪ੍ਰੋਪਰ ਤਰੀਕੇ ਨਾਲ ਬਹੁਤ ਹੀ ਜਲਦੀ ਤਰੀਕੇ ਨਾਲ ਸਟਾਰਟ ਹੋ ਜਾਂਦਾ ਹੈਗਾ। ਜਦੋਂ ਮਰਜ਼ੀ ਅਸੀਂ ਬੰਦ ਵੀ ਕਰਨਾ ਚਾਹੀਏ ਬੰਦ ਵੀ ਕਰ ਸਕਦੇ ਹਾਂ। ਰਜਿਸਟ੍ਰੇਸ਼ਨ ਵਿਦ ਲੋਕਲ ਬੋਡੀਜ਼, ਇਹਦੇ ਲਈ ਕਹਿੰਦਾ ਸਾਨੂੰ ਜਿਹੜੀ ਰਜਿਸਟ੍ਰੇਸ਼ਨ ਹੈ ਸਿਰਫ ਲੋਕਲ ਬੋਡੀਜ਼ ਮੀਨ ਜਿਹੜੀਆਂ ਸਾਡੀ ਲੋਕਲਸ ਗਵਰਨਮੈਂਟਸ ਹੋਣਗੀਆਂ ਜਾਂ ਲੋਕਲ ਦਫ਼ਤਰ ਜਿੱਥੇ ਖੁੱਲ੍ਹੇ ਹੋਣਗੇ ਉੱਥੇ ਜਾ ਕੇ ਅਸੀਂ ਰਜਿਸਟ੍ਰੇਸ਼ਨ ਕਰਾ ਕੇ ਆਪਣਾ ਬਿਜ਼ਨਸ ਸਟਾਰਟ ਈਜ਼ੀਲੀ ਬਿਜ਼ਨਸ ਕਰ ਸਕਦੇ ਹਾਂ। ਸਾਨੂੰ ਵੇਰੀਅਸ ਟੈਕਸ ਬੈਨੀਫਿਟ ਵੀ ਮਿਲਦੇ ਨੇ। ਜਦੋਂ HUF ਦਾ ਫਾਰਮ ਜਾਂ ਫਿਰ ਪ੍ਰੋਪਰਾਈਟਰਸ਼ਿਪ ਦਾ ਕੰਮ ਕਰਾਂਗੇ ਅਸੀਂ ਜਿਹੜਾ ਟੈਕਸ ਪੇ ਕਰਾਂਗੇ ਇਨਕਮ ਟੈਕਸ ਆਪਾਂ ਸਲੈਬ ਰੇਟ ਦੇ ਅਕੋਰਡਿੰਗ ਪੇ ਕਰਦੇ ਹੈਗੇ ਹਾਂ। ਸਾਨੂੰ ਫਲੈਟ 30% ਪੇ ਕਰਨ ਦੀ ਲੋੜ ਨਹੀਂ ਹੁੰਦੀ। ਜਿੱਥੇ ਕੁਝ ਫਾਇਦੇ ਨੇ ਉੱਥੇ ਕੁਝ ਡਿਸਐਡਵਾਂਟੇਜ ਵੀ ਨੇ। ਡਿਸਐਡਵਾਂਟੇਜ ਸਭ ਤੋਂ ਪਹਿਲਾਂ ਹੈਗਾ ਰਿਸਕ ਆਫ ਦੀ ਐਸੈਟ ਟੂ ਦੀ ਸੋਲ ਓਨਰ। ਜਿੰਨੇ ਪ੍ਰਕਾਰ ਦਾ ਰਿਸਕ ਹੋਊਗਾ ਉਹ ਸਾਰਾ ਦਾ ਸਾਰਾ ਓਨਰ ਦਾ ਹੀ ਹੁੰਦਾ। ਜਿੱਥੇ ਉਹਨੂੰ ਫਾਇਦਾ ਵੀ ਹੈ, ਅਗਰ ਕਿਤੇ ਲੋਸ ਹੋ ਰਿਹਾ, ਕੋਈ ਐਸੈਟ ਖਰਾਬ ਹੋ ਰਹੀ ਜਾਂ ਕੁਝ ਹੋ ਰਹੀਆਂ, ਉਹ ਸਾਰਾ ਨੁਕਸਾਨ ਜੋ ਹੈ ਓਨਰ ਦਾ ਹੀ ਹੁੰਦਾ ਹੈ। ਪੋਟੈਂਸ਼ੀਅਲ ਡਿਫਿਕਲਟੀ ਇਨ ਓਬਟੇਨਿੰਗ ਲੋਨਸ, ਕਈ ਵਾਰ ਕਹਿੰਦਾ ਲੋਨਸ ਵਗੈਰਾ ਦੀ ਲੋੜ ਪਵੇ ਜਾਂ ਪੈਸੇ ਤੁਹਾਨੂੰ ਦੁਬਾਰਾ ਲੋੜ ਪੈਣ, ਕਈ ਵਾਰੀ ਡਿਫਿਕਲਟੀ ਹਮੇਸ਼ਾ ਆਉਂਦੀ ਹੁੰਦੀ ਹੈ ਬਿਜ਼ਨਸ ਦੇ ਵਿੱਚ, ਕਿਉਂਕਿ ਸਿੰਗਲ ਪਰਸਨ ਦੇ ਉੱਪਰ ਬਰਡਨ ਹੋ ਜਾਂਦਾ, ਸਾਰਾ ਪੈਸਾ ਉਹਨੇ ਲਗਾ ਕੇ ਕਰਨਾ ਹੁੰਦਾ ਹੈ। ਲੈਕ ਆਫ ਕੰਟੀਨਿਊਟੀ, ਇਦਾਂ ਦੇ ਬਿਜ਼ਨਸ ਕਹਿੰਦਾ ਲਗਾਤਾਰ ਚੱਲਦੇ ਰਹਿਣ ਬਹੁਤ ਹੀ ਰੇਅਰ ਚਾਂਸ ਹੁੰਦੇ ਨੇ, ਨਹੀਂ ਤਾਂ ਕਈ ਵਾਰ ਚੱਲਦੇ ਚੱਲਦੇ ਬੰਦ ਵੀ ਹੋ ਜਾਂਦੇ ਨੇ। ਹੁਣ ਐਗਜ਼ਾਮਪਲ ਪਰਸਨ ਰਿਟਾਇਰਡ ਹੋ ਗਿਆ ਜਾਂ ਉਹਦੀ ਡਿਸੇਬਲਮੈਂਟ ਹੋ ਗਈ ਜਾਂ ਉਹਦੀ ਡੈਥ ਹੋ ਗਈ ਤਾਂ ਉਹ ਪਰਸਨ ਤਾਂ ਬਿਜ਼ਨਸ ਬੰਦ ਹੋ ਹੀ ਹੋਊਗਾ, ਨਵਾਂ ਕੋਈ ਪਰਸਨ ਨੂੰ ਚਲਾਉਂਦਾ ਹੈਗਾ। ਫਿਰ ਉਸ ਤੋਂ ਬਾਅਦ ਹੈਗਾ ਸਿਲੈਕਟਿੰਗ ਏ ਬਿਜ਼ਨਸ ਐਂਟੀਟੀ ਜੁਆਇੰਟ ਪਾਰਟਨਰਸ਼ਿਪ। ਜੁਆਇੰਟ ਪਾਰਟਨਰਸ਼ਿਪ ਬਾਰੇ ਵੀ ਅਸੀਂ ਪਹਿਲਾਂ ਬਹੁਤ ਵਾਰੀ ਪੜ੍ਹਿਆ ਹੋਇਆ, ਜਦੋਂ 2 ਜਾਂ 2 ਤੋਂ ਵੱਧ ਪਰਸਨ ਮਿਲ ਕੇ ਬਿਜ਼ਨਸ ਸਟਾਰਟ ਕਰਦੇ ਨੇ, ਇਦਾਂ ਦੇ ਬਿਜ਼ਨਸ ਨੂੰ ਅਸੀਂ ਕਹਿੰਦੇ ਹਾਂ ਜੁਆਇੰਟ ਪਾਰਟਨਰਸ਼ਿਪ। ਇਹ ਵਾਲੇ ਬਿਜ਼ਨਸ ਹਮੇਸ਼ਾ ਕਹਿੰਦਾ ਰਿਟਨ ਐਗਰੀਮੈਂਟ ਹੋਣਾ ਚਾਹੀਦਾ ਹੈ, ਜਿਸ ਨੂੰ ਅਸੀਂ ਪਾਰਟਨਰਸ਼ਿਪ ਡੀਡ ਕਹਿੰਦੇ ਹਾਂ। ਡੀਡ ਦੇ ਵਿੱਚ ਪੂਰੀ ਦੀ ਪੂਰੀ ਕੰਡੀਸ਼ਨਸ ਅਸੀਂ ਪਹਿਲਾਂ ਤੋਂ ਹੀ ਫਿਲ ਕਰ ਲੈਣੇ ਹੈਗੇ ਵੀ ਕਿਹੜੇ ਪਾਰਟਨਰ ਕਿੰਨਾ ਪੈਸਾ ਲਗਾ ਕੇ ਬਿਜ਼ਨਸ 'ਚ ਆਉਣਗੇ, ਕਿੰਨਾ ਪ੍ਰੋਫਿਟ ਦਾ ਸ਼ੇਅਰ ਹੋਊਗਾ, ਫਰਦਰ ਪੈਸੇ ਦੀ ਲੋੜ ਪਈ ਤਾਂ ਕਿੰਨਾ ਪਾਰਟਨਰ ਪੈਸੇ ਕਿਹੜੇ ਪਾਰਟਨਰ ਪੈਸੇ ਦੇਣਗੇ, ਕਿਹੜੇ ਪਰਸਨ ਮੀਨਸ ਐਕਟਿਵ ਹੋਣਗੇ, ਕਿਹੜੇ ਸਲੀਪਿੰਗ ਹੋਣਗੇ, ਇਹ ਸਾਰੀ ਚੀਜ਼ਾਂ ਅਸੀਂ ਕਹਿੰਦਾ ਪਹਿਲਾਂ ਤੋਂ ਹੀ ਡਿਸਾਈਡ ਕਰ ਲੈਂਦੇ ਹਾਂ। ਇਹਦੇ ਕੁਝ ਐਡਵਾਂਟੇਜ ਨੇ। ਸਭ ਤੋਂ ਪਹਿਲਾਂ ਐਡਵਾਂਟੇਜ ਗ੍ਰੇਟਰ ਓਪਰਚੁਨਿਟੀ ਆਫ ਬਿਜ਼ਨਸ ਲਈ ਓਪਰਚੁਨਿਟੀ ਕਹਿੰਦਾ ਬਹੁਤ ਜ਼ਿਆਦਾ ਹੁੰਦੀ ਹੈ, ਕਿਉਂਕਿ ਪਾਰਟਨਰਸ਼ਿਪ ਦੇ ਵਿੱਚ ਅਸੀਂ ਬਿਜ਼ਨਸ ਚੱਲਦਾ ਹੋਇਆ ਬਿਜ਼ਨਸ ਕਦੀ ਬੰਦ ਨਹੀਂ ਹੁੰਦਾ ਹੈਗਾ। ਪਾਰਟਨਰਸ਼ਿਪ ਇੱਕ ਪਰਸਨ ਅਗਰ ਚੱਲ ਜਾਊਗਾ ਪਾਰਟਨਰਸ਼ਿਪ ਕੀ ਦੁਬਾਰਾ ਨਵੇਂ ਡੀਡ ਲਿਖ ਕੇ ਪਾਰਟਨਰਸ਼ਿਪ ਬਿਜ਼ਨਸ ਸਟਾਰਟ ਉਦਾਂ ਦਾ ਹੀ ਚੱਲ ਜਾਂਦਾ ਹੈਗਾ। ਟੈਕਸ ਐਡਵਾਂਟੇਜ, ਪਾਰਟਨਰਸ਼ਿਪ ਦੇ ਵਿੱਚ ਵੀ ਕਹਿੰਦਾ ਤੁਹਾਨੂੰ ਟੈਕਸ ਐਡਵਾਂਟੇਜ ਮਿਲਦੇ ਹੈਗੇ, ਜੀ ਟੈਕਸ ਦੇ ਬੈਨੀਫਿਟ ਚੱਲਦੇ ਹੈਗੇ ਆ। ਉਸ ਤੋਂ ਬਾਅਦ ਸਿੰਪਲ ਫਾਰਮ ਆਫ ਬਿਜ਼ਨਸ, ਇਹ ਵਾਲੀ ਫਾਰਮ ਜਿਹੜੀ ਹੈ ਬਿਜ਼ਨਸ ਦੀ ਬਿਲਕੁਲ ਸਿੰਪਲ ਹੁੰਦੀ ਹੈ। 2 ਪਰਸਨ ਮਿਲ ਕੇ ਗਏ ਲੋਕਲ ਬੋਡੀ ਤੋਂ ਰਜਿਸਟ੍ਰੇਸ਼ਨ ਕਰਾ ਕੇ ਆਪਣਾ ਬਿਜ਼ਨਸ ਸਟਾਰਟ ਹੋ ਜਾਂਦਾ ਹੈਗਾ। ਡਿਸਐਡਵਾਂਟੇਜ ਕਹਿੰਦਾ ਕੌਨਫਲਿਕਟ ਹੁੰਦੇ ਨੇ ਬਿਟਵੀਨ ਪਾਰਟਨਰਸ, ਕਈ ਵਾਰ ਪਾਰਟਨਰਸ ਵਿੱਚ ਝਗੜੇ ਜ਼ਰੂਰ ਹੋਣ ਲੱਗ ਜਾਂਦੇ ਨੇ, ਕਈ ਬੰਦਾ ਸੁਣਦੇ ਜਾਂਦੇ ਸਾਰਾ ਕੁਝ ਤੂੰ ਆਪਣੇ ਮਨਮਰਜ਼ੀ ਨਾਲ ਕਰ ਰਿਹਾ ਮੈਂ ਨਹੀਂ ਕਰ ਰਿਹਾ ਹੈਗਾ। ਇਦਾਂ ਦੀ ਕੁਝ ਕੰਡੀਸ਼ਨ ਕਈ ਵਾਰ ਨਿਕਲ ਕੇ ਆ ਜਾਂਦੀਆਂ ਨੇ। ਕਈ ਵਾਰ ਪਾਰਟਨਰ ਨੂੰ ਕਿਸੇ ਨੇ ਭੜਕਾਤਾ ਤਾਂ ਦੂਸਰੇ ਪਰਸਨ ਨਾਲ ਗੜਬੜ ਹੋ ਜਾਂਦੀਆਂ ਨੇ। ਅਨਲਿਮਿਟਿਡ ਪਰਸਨ ਲਾਇਬਿਲਿਟੀ, ਜਿਹੜੇ ਪਰਸਨਸ ਕਹਿੰਦਾ ਪਾਰਟਨਰ ਬਣਦੇ ਨੇ ਉਹਨਾਂ ਦੀ ਲਾਇਬਿਲਿਟੀ ਵੀ ਅਨਲਿਮਿਟਿਡ ਹੁੰਦੀ ਹੈ, ਜਿੱਥੇ ਪੈਸੇ ਲੋੜ ਪਊਗੀ ਉਹਨਾਂ ਨੂੰ ਪੈਸੇ ਦੇਣੇ ਪੈਣਗੇ ਬਿਜ਼ਨਸ ਦੇ ਵਿੱਚ। ਲੀਗਲ ਲਾਇਬਿਲਿਟੀ ਮੀਨਸ ਹਰੇਕ ਪਾਰਟਨਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਟਾਈਮਲੀ ਫਾਈਨੈਂਸ਼ੀਅਲ ਸਟੇਟਮੈਂਟ ਬਣਾਉਣ, ਆਪਣਾ ਇਨਕਮ ਟੈਕਸ ਜੋ ਬਣਦਾ ਉਹ ਟਾਈਮ ਟੂ ਟਾਈਮ ਪੇ ਕਰੇ। ਉਸ ਤੋਂ ਬਾਅਦ ਲੈਕ ਆਫ ਕੰਟੀਨਿਊਟੀ, ਇਦਾਂ ਦੇ ਬਿਜ਼ਨਸ ਵੀ ਕਹਿੰਦਾ ਕੰਟੀਨਿਊਟੀ ਲਗਾਤਾਰ ਨਹੀਂ ਚੱਲਦੇ ਹੈਗੇ। ਜਦੋਂ ਕੋਈ ਪਾਰਟਨਰ ਰਿਟਾਇਰ ਜਾਂ ਫਿਰ ਪਾਰਟਨਰ ਨਵਾਂ ਆਊਗਾ ਜਾਂ ਫਿਰ ਚੱਲਦੇ ਇੱਕ ਪਾਰਟਨਰ ਦੀ ਡੈਥ ਹੋ ਗਈ
ਤਾਂ ਸਾਨੂੰ ਕੀ ਹੈ, ਇੱਕ ਵਾਰੀ ਪਾਰਟਨਰਸ਼ਿਪ ਡੀਡ ਸੋਲਵ ਕਰਨੀ ਪੈਂਦੀ ਹੈਗੀ ਹੈ। ਅਗਰ ਦੁਬਾਰਾ ਬਿਜ਼ਨਸ ਚਲਾਉਣਾ ਹੈਗਾ ਤਾਂ ਸਾਨੂੰ ਨਵੀਂ ਪਾਰਟਨਰਸ਼ਿਪ ਡੀਡ ਲਿਖਣੀ ਪੈਂਦੀ ਹੈ। ਉਸ ਤੋਂ ਬਾਅਦ ਹੈਗਾ ਸਿਲੈਕਟਿੰਗ ਏ ਬਿਜ਼ਨਸ ਐਂਟੀਟੀ ਲਿਮਟਿਡ ਲਾਇਬਿਲਿਟੀ ਕੰਪਨੀ। ਲਿਮਟਿਡ ਲਾਇਬਿਲਿਟੀ ਕੰਪਨੀ ਕੀ ਹੁੰਦੀ ਹੈ, ਜਿਨ੍ਹਾਂ ਦੇ ਵਿੱਚ ਜਿਹੜੇ ਇਹਦੇ ਵਿੱਚ ਪਾਰਟਨਰ ਨਹੀਂ ਹੁੰਦੇ, ਇਹਦੇ ਵਿੱਚ ਹੁੰਦੇ ਨੇ ਸ਼ੇਅਰ ਹੋਲਡਰਸ। ਜਿਹੜੇ ਪਰਸਨਸ ਕਹਿੰਦਾ ਇਦਾਂ ਦਾ ਬਿਜ਼ਨਸ ਸਟਾਰਟ ਕਰਦੇ ਹੈਗੇ ਨੇ ਉਹ ਸ਼ੇਅਰ ਹੋਲਡਰਸ ਹੁੰਦੇ ਨੇ। ਇਹਦੇ ਸ਼ੇਅਰ ਹੋਲਡਰਸ ਵੀ ਇਕੁਇਟੀ ਸ਼ੇਅਰ ਹੋਲਡਰਸ, ਪ੍ਰੈਫਰੈਂਸ ਸ਼ੇਅਰ ਹੋਲਡਰਸ ਜਾਂ ਫਿਰ ਡਿਬੈਂਚਰਸ ਹੋਲਡਰ ਹੁੰਦੇ ਨੇ। ਸਭ ਦੀ ਲਾਇਬਿਲਿਟੀ ਲਿਮਟਿਡ ਹੁੰਦੀ ਹੈ। ਇੱਕ ਵਾਰ ਦੇ ਵਿੱਚ ਜਿੰਨੇ ਪਰਸਨ ਨੇ ਜਿੰਨੇ ਸ਼ੇਅਰ ਖਰੀਦ ਲਏ ਉਹਨੂੰ ਉਨੇ ਹੀ ਪੈਸੇ ਦੇਣੇ ਹੁੰਦੇ ਨੇ। ਲੇਕਿਨ ਉਹ ਕੰਪਨੀ ਨੇ ਪਹਿਲਾਂ ਹੀ ਆਪਣਾ ਕੈਪੀਟਲ ਸਟਰਕਚਰ ਸੈਟਅਪ ਕੀਤਾ ਹੁੰਦਾ ਹੈ ਵੀ ਐਪਲੀਕੇਸ਼ਨ, ਅਲੋਟਮੈਂਟ, ਕਾਲ, ਫਾਈਨਲ ਕਾਲ ਤੇ। ਕਈ ਵਾਰ ਹੁੰਦਾ ਕਿ ਐਪਲੀਕੇਸ਼ਨ ਤੇ ਹੀ ਸਾਰੀ ਮਨੀ ਦੇ ਕੇ ਬਿਜ਼ਨਸ ਸਟਾਰਟ ਹੋ ਜਾਂਦਾ ਹੈਗਾ। ਐਡਵਾਂਟੇਜ ਕੀ ਹੈ ਲਿਮਟਿਡ ਲਾਇਬਿਲਿਟੀ ਕੰਪਨੀ ਦੇ? ਐਡਵਾਂਟੇਜ ਇਹ ਹੈ ਕਿ ਹਰ ਇੱਕ ਪਰਸਨ ਦੀ ਲਾਇਬਿਲਿਟੀ ਲਿਮਟਿਡ ਹੁੰਦੀ ਹੈ। ਦੂਸਰਾ, ਕੰਪਨੀ ਆਪਣੇ ਨਾਮ ਨਾਲ ਜਾਣੀ ਜਾਂਦੀ ਹੈ। ਕੋਈ ਪਰਸਨ ਇਹ ਨਹੀਂ ਕਹਿ ਸਕਦਾ ਹੈਗਾ ਕਿ ਮੈਂ ਕੰਪਨੀ ਲਈ ਕੰਮ ਕਰ ਰਿਹਾ ਹੈਗਾ ਜਾਂ ਮੇਰੇ ਨਾਮ ਤੇ ਕੰਪਨੀ ਚੱਲ ਰਹੀ ਹੈ। ਮੀਨਸ ਕੰਪਨੀ ਦੀ ਇੱਕ ਸੈਪਰੇਟ ਲੀਗਲ ਐਂਟੀਟੀ ਹੁੰਦੀ ਹੈ। ਜੋ ਵੀ ਕੇਸ ਹੋਣਾ ਹੈਗਾ ਕੰਪਨੀ ਦੇ ਨਾਮ ਨਾਲ ਹੋਊਗਾ। ਕੰਪਨੀ ਨੇ ਕਿਸੇ ਦੇ ਕੇਸ ਕਰਨਾ ਹੈ, ਕੰਪਨੀ ਆਪਣੇ ਨਾਮ ਨਾਲ ਹੀ ਕਰੂਗੀ। ਕੋਈ ਪਾਰਟਨਰ ਆ ਰਿਹਾ ਹੈ ਜਾਂ ਜਾ ਰਿਹਾ ਹੈ, ਕੋਈ ਫਰਕ ਨਹੀਂ ਪੈਂਦਾ, ਬਿਜ਼ਨਸ ਕਦੀ ਬੰਦ ਨਹੀਂ ਹੁੰਦਾ ਹੈਗਾ। ਡਿਸਐਡਵਾਂਟੇਜ ਕੀ ਨੇ? ਕਹਿੰਦਾ ਇਹ ਬਿਜ਼ਨਸ ਜਿਹੜਾ ਹੈਗਾ ਪਾਰਟਨਰਸ਼ਿਪ ਤੋਂ ਥੋੜਾ ਜਿਹਾ ਡਿਫਿਕਲਟ ਹੈਗਾ। ਇਹਦੇ ਵਿੱਚ ਮੈਂਬਰਸ ਦੀਆਂ ਲਿਮਟਿਡ ਲਾਇਬਿਲਿਟੀ ਤਾਂ ਜ਼ਰੂਰ ਹੁੰਦੀਆਂ ਹੈਗੀਆਂ, ਲੇਕਿਨ ਮੈਂਬਰ ਦਾ ਪ੍ਰੋਪਰ ਰਿਕਾਰਡ ਰੱਖਣਾ ਹੈਗਾ। ਪਲੱਸ ਉਸ ਤੋਂ ਇਲਾਵਾ ਟੈਕਸ ਬਰਡਨ ਵੀ ਬਹੁਤ ਜ਼ਿਆਦਾ ਹੁੰਦੇ ਹਨ ਕੰਪਨੀਜ਼ ਦੇ ਉੱਪਰ। ਗਵਰਨਮੈਂਟ ਦੇ ਰੂਲਸ ਵੀ ਅਪਲਾਈ, ਜਦੋਂ ਗਵਰਨਮੈਂਟ ਚੇਂਜਸ ਕਰਦੀ ਹੈ, ਲੀਗਲ ਰੂਲ ਚੇਂਜਸ ਹੁੰਦੇ ਨੇ ਤਾਂ ਬਿਜ਼ਨਸ ਹਮੇਸ਼ਾ ਇਫੈਕਟ ਹੁੰਦੇ ਹੈਗੇ ਨੇ। ਉਸ ਤੋਂ ਬਾਅਦ ਤੁਹਾਡੇ ਕੋਲ ਬਿਜ਼ਨਸ ਹੈਗਾ ਕਾਰਪੋਰੇਸ਼ਨ। ਕਾਰਪੋਰੇਸ਼ਨ ਬਿਜ਼ਨਸ ਵੀ ਬਿਲਕੁਲ ਕਹਿੰਦਾ ਪਾਰਟਨਰਸ਼ਿਪ, ਜੁਆਇੰਟ ਪਾਰਟਨਰਸ਼ਿਪ, ਉਸ ਤੋਂ ਇਲਾਵਾ ਜਿਹੜਾ ਆਪਾਂ ਨੇ ਕੀਤਾ ਹੈਗਾ ਸੋਲ ਪ੍ਰੋਪਰਾਈਟਰਸ਼ਿਪ, ਇਹਨਾਂ ਤੋਂ ਬਿਲਕੁਲ ਹੀ ਹਟ ਕੇ ਇਹ ਬਿਜ਼ਨਸ ਹੈਗਾ। ਇਸ ਬਿਜ਼ਨਸ ਦੇ ਵਿੱਚ ਵੀ ਕਹਿੰਦਾ ਜਦੋਂ 10 ਤੋਂ ਵੱਧ ਪਰਸਨ, 7 ਤੋਂ ਵੱਧ ਪਰਸਨ ਮਿਲ ਕੇ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਕਰ ਸਕਦੇ ਹੈਗੇ ਆ। ਹਮੇਸ਼ਾ ਕਾਰਪੋਰੇਸ਼ਨ ਦਾ ਬਿਜ਼ਨਸ ਕਹਿੰਦਾ ਲੀਗਲ ਐਂਟੀਟੀ ਬੇਸ ਤੇ ਹੀ ਹੁੰਦਾ। ਕਾਰਪੋਰੇਸ਼ਨ ਆਪਣੇ ਨਾਮ ਨਾਲ ਹੀ ਜਾਣੀ ਜਾਂਦੀ ਹੈਗੀਆਂ ਨੇ। ਇਦਾਂ ਦਾ ਬਿਜ਼ਨਸ ਰਜਿਸਟ੍ਰੇਸ਼ਨ ਕਰਵਾਉਣ ਲਈ 7 ਮੈਂਬਰ ਘੱਟੋ ਘੱਟ ਚਾਹੀਦੇ ਨੇ। ਜਦੋਂ ਜਾ ਕੇ ਬੋਰਡ ਸਾਈਨ ਕਰਨਗੇ, ਆਪਣਾ ਮੈਮੋਰੈਂਡਮ ਆਫ ਐਸੋਸੀਏਸ਼ਨ, ਆਰਟੀਕਲ ਆਫ ਐਸੋਸੀਏਸ਼ਨ ਸਬਮਿਟ ਕਰਨਗੇ, ਉਹਨਾਂ ਨੂੰ ਪਹਿਲਾਂ ਸਰਟੀਫਿਕੇਟ ਆਫ ਰਜਿਸਟ੍ਰੇਸ਼ਨ ਮਿਲੂਗਾ। ਜਦੋਂ ਸਰਟੀਫਿਕੇਟ ਆਫ ਰਜਿਸਟ੍ਰੇਸ਼ਨ ਮਿਲ ਗਿਆ ਤਾਂ ਉਹਨਾਂ ਆਪਣੀ ਕੈਪੀਟਲ ਰੇਜ਼ ਕਰਨਾ ਸਟਾਰਟ ਕਰਨਗੇ। ਕੈਪੀਟਲ ਜਦ ਤੱਕ ਉਹਨਾਂ ਨੂੰ ਕਮੈਂਸਮੈਂਟ ਆਫ ਸਰਟੀਫਿਕੇਟ ਬਿਜ਼ਨਸ ਨਹੀਂ ਮਿਲ ਜਾਂਦਾ, ਉਦੋਂ ਤੱਕ ਇਹ ਕਾਰਪੋਰੇਸ਼ਨ ਕਹਿੰਦਾ ਬਿਜ਼ਨਸ ਸਟਾਰਟ ਨਹੀਂ ਕਰ ਪਾਉਂਦੀ ਹੈਗੀਆਂ। ਕਾਰਪੋਰੇਸ਼ਨ ਦੇ ਵਿੱਚ ਕਹਿੰਦਾ ਬਿਜ਼ਨਸ ਦੇ ਵਿੱਚ 2 ਪ੍ਰਕਾਰ ਦੀਆਂ ਕਾਰਪੋਰੇਸ਼ਨ ਆਉਂਦੀਆਂ, ਸੀ ਕਾਰਪੋਰੇਸ਼ਨ ਔਰ ਐਸ ਕਾਰਪੋਰੇਸ਼ਨ। ਸੀ ਕਾਰਪੋਰੇਸ਼ਨ ਵਿੱਚ ਕਹਿੰਦਾ ਜਿਹੜੇ ਫਾਰਮਸ ਹੁੰਦੇ ਨੇ, ਮੀਨਸ ਕਿਹੜੇ ਲੈਵਲ ਹੁੰਦੇ ਨੇ। ਸੀ ਕਾਰਪੋਰੇਸ਼ਨ ਸਭ ਤੋਂ ਪਹਿਲਾਂ ਸ਼ੇਅਰ ਹੋਲਡਰਸ, ਓਨਰ ਹੁੰਦੇ ਨੇ। ਉਸ ਤੋਂ ਬਾਅਦ ਸ਼ੇਅਰ ਹੋਲਡਰਸ ਅੱਗੇ ਡਾਇਰੈਕਟਰ ਹਾਇਰ ਕਰਦੇ ਨੇ ਜਿਹੜੇ ਬਿਜ਼ਨਸ ਚਲਾਉਂਦੇ ਹੈਗੇ ਨੇ। ਇਹ ਉਹਦਾ ਅੱਗੇ ਆਫੀਸਰ, ਜਿਵੇਂ ਅਸੀਂ ਸੁਪਰਵਾਈਜ਼ਰ, ਮੈਨੇਜਰਸ ਕਹਿ ਸਕਦੇ ਹਾਂ। ਇਹ 3 ਫਾਰਮ ਹੁੰਦੀਆਂ ਨੇ ਸੀ ਕਾਰਪੋਰੇਸ਼ਨ ਦੇ ਵਿੱਚ। ਉਸ ਤੋਂ ਬਾਅਦ ਗੱਲ ਚੱਲਦੀ ਐਸ ਕਾਰਪੋਰੇਸ਼ਨ। ਐਸ ਕਾਰਪੋਰੇਸ਼ਨ ਕਹਿੰਦਾ ਇੱਕ ਸਪੈਸੀਫਿਕ ਪਰਪਸ ਲਈ ਖੁੱਲਦੀਆਂ ਹੈਗੀਆਂ ਨੇ, ਜਿਨ੍ਹਾਂ ਦਾ ਕੰਮ ਹੁੰਦਾ ਇੰਟਰਨਲ ਰੈਵਨਿਊ ਸਰਵਿਸਿਜ਼, ਮੀਨਸ ਰੈਵਨਿਊ ਜਨਰੇਟ ਕਰਨਾ। ਇਦਾਂ ਦੇ ਕੋਈ ਕੰਮ ਕਰਦੇ ਰਹਿਣਗੇ ਕਾਰਪੋਰੇਸ਼ਨ ਜਾਂ ਸੰਸਥਾਵਾਂ ਅਸੀਂ ਕਹਿ ਸਕਦੇ ਹੈਗੇ, ਜਿਹੜੇ ਮੀਨਸ ਸਰਵਿਸਿਜ਼ ਵੀ ਦਿੰਦੇ ਰਹਿਣਗੇ ਔਰ ਪਲੱਸ ਉਹਦੀ ਰੈਵਨਿਊ ਜਨਰੇਟ ਕਰਕੇ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਹੈਲਪ ਕਰਦੀ ਹੈਗੀ। ਜਿਵੇਂ ਐਗਜ਼ਾਮਪਲ ਇਹਨਾਂ ਲਈ ਹੈਗੇ ਨੇ। ਅਗਰ ਕਹਿੰਦਾ ਐਸ ਕਾਰਪੋਰੇਸ਼ਨ ਖੋਲਣੀ ਹੁੰਦਾ ਤਾਂ ਸੇਮ ਹੀ ਹੈ, ਵਿਦੇਸ਼ ਸ਼ੇਅਰ ਹੋਲਡਰ ਡਾਇਰੈਕਟਰਸ ਹੋਣਗੇ, ਲੇਕਿਨ ਇਹਦੇ ਵਿੱਚ ਘੱਟੋ ਘੱਟ ਕਹਿੰਦਾ 75 ਮੈਂਬਰ ਤੋਂ ਜ਼ਿਆਦਾ ਪਰਸਨ ਹੋਣੇ ਚਾਹੀਦੇ ਨੇ, ਤਾਂ ਜਾ ਕੇ ਐਸ ਕਾਰਪੋਰੇਸ਼ਨ ਕਹਿੰਦਾ ਰਜਿਸਟਰਡ ਹੁੰਦੀ ਹੈਗੀਆਂ ਨੇ। ਉਸ ਤੋਂ ਬਾਅਦ ਕਹਿੰਦਾ ਇਹਨਾਂ ਕੋਲ 1 ਕਲਾਸ ਆਫ ਸਟਾਕ ਹੋਣਾ ਚਾਹੀਦਾ। ਜਿਵੇਂ ਅਸੀਂ ਕਹਿੰਦੇ ਹਾਂ ਕਿ ਸ਼ੇਅਰਸ ਜੋ ਅਲੱਗ-ਅਲੱਗ ਟਾਈਪਸ ਦੇ ਵੈਸੇ ਹੋ ਸਕਦੇ ਹਨ, ਲੇਕਿਨ ਐਸ ਕਾਰਪੋਰੇਸ਼ਨ ਦੇ ਵਿੱਚ 1 ਕਲਾਸ ਦੇ ਹੀ ਸ਼ੇਅਰਸ ਹੋਣਗੇ। ਤੁਸੀਂ ਅਲੱਗ-ਅਲੱਗ ਟਾਈਪ ਦੇ ਸ਼ੇਅਰਸ ਨਾਲ ਕਦੇ ਵੀ ਐਸ ਕਾਰਪੋਰੇਸ਼ਨ ਰਜਿਸਟਰਡ ਨਹੀਂ ਕਰ ਸਕਦੇ। ਇਹਨਾਂ ਦੇ ਕੁਝ ਬੈਨੀਫਿਟ ਵੀ ਲਿਖੇ ਨੇ, ਕੁਝ ਡਿਸਐਡਵਾਂਟੇਜ। ਸਭ ਤੋਂ ਪਹਿਲਾਂ ਬੈਨੀਫਿਟ ਦੀ ਗੱਲ ਕਰਦੇ ਹਾਂ। ਵਨ ਆਫ ਦੀ ਮੋਸਟ ਐਡਵਾਂਟੇਜ ਆਫ ਦੀ ਕਾਰਪੋਰੇਟ ਫਰਮ ਆਫ ਦੀ ਬਿਜ਼ਨਸ ਸਟਰਕਚਰ ਇਜ਼ ਪੋਟੈਂਸ਼ੀਅਲ ਲਿਮਟਿਡ ਲਾਇਬਿਲਿਟੀ। ਇਹਨਾਂ ਦਾ ਕਹਿੰਦਾ ਸਭ ਤੋਂ ਵੱਡਾ ਜਿਹਾ ਮੇਨ ਹੁੰਦਾ ਵੀ ਇਹਦੇ ਜਿਹੜੇ ਸ਼ੇਅਰ ਹੋਲਡਰਸ ਜਾਂ ਓਨਰਸ ਹੋਣਗੇ ਉਹਨਾਂ ਦੀ ਲਿਮਟਿਡ ਲਾਇਬਿਲਿਟੀ ਹੁੰਦੀ ਹੈ। ਉਹਨਾਂ ਨੂੰ ਲਿਮਟਿਡ ਹੀ ਪੈਸਾ ਬਿਜ਼ਨਸ ਲਗਾਉਣਾ ਹੁੰਦਾ ਹੈ। ਕੋਈ ਪਰਸਨ ਆ ਰਿਹਾ ਜਾਂ ਨਹੀਂ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ। ਈਜ਼ੀ ਟ੍ਰਾਂਸਫਰੇਬਿਲਿਟੀ ਆਫ ਦੀ ਸ਼ੇਅਰਸ ਹੁੰਦੇ ਨੇ। ਅਗਰ ਕੋਈ ਪਰਸਨ ਜਾਣਾ ਚਾਹੁੰਦਾ ਤਾਂ ਆਪਣਾ ਸ਼ੇਅਰ ਜੋ ਹੈ ਟ੍ਰਾਂਸਫਰ ਵੀ ਕਰਵਾ ਸਕਦਾ ਇਜ਼ੀਲੀ ਬੇਸ ਨਾਲ। ਕੰਪਨੀ ਦੀ ਕਹਿੰਦਾ ਪਰਪੈਚੁਅਲ ਐਕਸਿਸਟੈਂਸ। ਪਰਪੈਚੁਅਲ ਐਕਸਿਸਟੈਂਸ ਮੀਨਸ ਕਾਰਪੋਰੇਸ਼ਨ ਆਪਣੇ ਨਾਮ ਲੈਂਦਾ ਹੈਗਾ। ਕੋਈ ਪਰਸਨ ਆ ਰਿਹਾ ਹੈ, ਕੋਈ ਜਾ ਰਿਹਾ ਹੈ, ਕੋਈ ਛੱਡ ਕੇ ਜਾ ਰਿਹਾ ਜਾਂ ਕੋਈ ਪਰਸਨ ਦੀ ਡੈਥ ਹੋ ਰਹੀ ਹੈ, ਕਾਰਪੋਰੇਸ਼ਨ ਜਾਂ ਕੰਪਨੀ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ, ਕਿਉਂਕਿ ਉਹਨਾਂ ਦੀ ਕੈਪੀਟਲ ਉਹਨਾਂ ਕੋਲ ਪਹਿਲਾਂ ਤੋਂ ਸੇਵ ਹੁੰਦੀ ਹੈਗੀ। ਕਿਉਂਕਿ ਜਿਵੇਂ ਬਿਜ਼ਨਸ ਪ੍ਰੋਫਿਟ ਆਉਂਦੇ ਚਲੇ ਜਾਂਦੇ ਨੇ, ਆਪਣਾ ਕੁਝ ਨਾ ਕੁਝ ਫੰਡ ਜੋ ਹੈ ਅਲੱਗ ਤੋਂ ਰੱਖਦੇ ਚਲੇ ਜਾਂਦੇ ਹੈਗੇ ਨੇ। ਜਦੋਂ ਕਿਸੇ ਪੈਸੇ ਲੋੜ ਪੈਂਦੀ ਫੰਡ ਯੂਜ਼ ਕਰਦੇ ਨੇ, ਕੈਪੀਟਲ ਨੂੰ ਤਾਂ ਬਿਲਕੁਲ ਛੇੜਦੇ ਹੀ ਨਹੀਂ ਹੁੰਦੇ। ਪਾਰਟਨਰਸ਼ਿਪ ਦੇ ਵਿੱਚ ਕਹਿੰਦਾ ਹਰੇਕ ਪਾਰਟਨਰ, ਜਿਵੇਂ ਇਹਦੇ ਵਿੱਚ ਕਨਸੈਂਟ ਦੀ ਲੋੜ ਹੁੰਦੀ ਹੈ ਹਰੇਕ ਪਾਰਟਨਰ ਦੇ ਵਿੱਚ, ਇਹਦੇ ਵਿੱਚ ਕਹਿੰਦਾ ਸ਼ੇਅਰ ਹੋਲਡਰ ਦੀ ਕਨਸੈਂਟ ਦੀ ਲੋੜ ਨਹੀਂ ਹੈਗੀ। ਸ਼ੇਅਰ ਹੋਲਡਰ ਦਾ ਸਿਰਫ ਕੰਪਨੀ ਦੇ ਸ਼ੇਅਰ ਖਰੀਦਦੇ ਹੈਗੇ ਨੇ, ਉਹ ਵੀ ਕੰਪਨੀ ਦੀ ਗੁੱਡਵਿਲ ਦੇ ਅਕੋਰਡਿੰਗ। ਗੁੱਡਵਿਲ ਖਰੀਦ ਕੇ ਕੰਪਨੀ ਦੇ ਸ਼ੇਅਰ ਹੋਲਡਰ ਜੋ ਹੈ ਉਹਨਾਂ ਨੂੰ ਵੋਟਿੰਗ ਰਾਈਟਸ ਵਗੈਰਾ ਮਿਲ ਜਾਂਦੇ ਨੇ। ਲੇਕਿਨ ਕੰਪਨੀ ਦੇ ਵਿੱਚ ਕੋਈ ਪਰਸਨ ਕਹੇ ਮੈਂ ਬੰਦ ਕਰਾਉਣੀ ਹੈਗੀ ਕੰਪਨੀ, ਇਦਾਂ ਦਾ ਕਦੀ ਕੁਝ ਨਹੀਂ ਹੁੰਦਾ ਹੈਗਾ। ਡਿਸਐਡਵਾਂਟੇਜ ਕੀ ਹੈ ਇਹਦੇ ਵਿੱਚ? ਇੰਡੀਵਿਜੂਅਲ ਕੰਟਰੋਲ ਜੋ ਹੈ ਬਿਲਕੁਲ ਲੂਜ਼ ਹੋ ਜਾਂਦਾ ਹੈ। ਜਿਵੇਂ ਮੈਂ ਪਹਿਲਾਂ ਐਗਜ਼ਾਮਪਲ ਕਿਹਾ ਸ਼ੇਅਰ ਹੋਲਡਰ ਕਹਿਣ ਵੀ ਮੈਂ ਇੱਕ ਤਰ੍ਹਾਂ ਦਾ ਅਸੀਂ ਓਨਰ ਹਾਂ, ਸਾਡੀ ਹਰ ਜਗ੍ਹਾ ਚੱਲੂਗੀ, ਅਸੀਂ ਕੰਪਨੀ ਬੰਦ ਵੀ ਕਰਵਾ ਸਕਦੇ ਹਾਂ, ਬਿਲਕੁਲ ਖਤਮ ਗੱਲ ਹੈ। ਕੰਪਨੀ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ।
ਓਨਰ ਦੇ ਜਿਹੜੇ ਸਿੰਗਲ ਪਰਸਨ ਜੋ ਕਹਿ ਰਹੇ ਹੋਣਗੇ ਮੈਂ ਪੈਸਾ ਲਗਾਇਆ ਕੰਪਨੀ ਦੇ ਵਿੱਚ, ਉਹ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਕੰਪਨੀ ਦੇ ਮਾਲਕ ਹੋ, ਤੁਸੀਂ ਸਿਰਫ ਦੀ ਕੰਪਨੀ 'ਚ ਪੈਸਾ ਲਗਾਇਆ ਹੋਇਆ, ਤੁਸੀਂ ਉਹਦਾ ਫਾਇਦਾ ਵੀ ਕੰਪਨੀ ਤੋਂ ਲੈਂਦੇ ਹੁੰਦੇ ਹੋ। ਟੈਕਨੀਕਲ ਫਾਰਮੈਲਿਟੀਜ਼, ਕੰਪਨੀ ਦੇ ਵਿੱਚ ਕਹਿੰਦਾ ਟੈਕਨੀਕਲ ਫਾਰਮੈਲਿਟੀਜ਼ ਬਹੁਤ ਜ਼ਿਆਦਾ ਕਰਨੇ ਪੈਂਦੇ ਹੈਗੇ, ਹਰ ਇੱਕ ਚੀਜ਼ ਦਾ ਪ੍ਰੋਪਰ ਰਿਕਾਰਡ ਰੱਖਣਾ ਪੈਂਦਾ ਹੈਗਾ, ਕੋਸਟ ਜ਼ਿਆਦਾ ਵੱਧ ਜਾਂਦੀ ਹੈਗੀਆਂ ਨੇ। ਕਾਰਪੋਰੇਸ਼ਨ ਦੇ ਵਿੱਚ ਕਹਿੰਦਾ ਸ਼ੇਅਰ ਹੋਲਡਰ ਨੂੰ ਡਿਵੀਡੈਂਡ ਜੋ ਹੈ ਪ੍ਰੋਪਰ ਤਰੀਕੇ ਨਾਲ, ਕਈ ਵਾਰ ਕਹਿੰਦਾ ਸ਼ੇਅਰ ਹੋਲਡਰ ਨੂੰ ਟੈਕਸ ਵੀ 2 ਵਾਰ ਭਰਨਾ ਪੈ ਜਾਂਦਾ ਹੈਗਾ, ਜਿਵੇਂ ਪਹਿਲਾਂ ਉਹਨਾਂ ਨੇ ਟਾਈਮਲੀ ਟੈਕਸ ਡਿਵੀਡੈਂਡ ਨਹੀਂ ਮਿਲਿਆ, ਹੁਣ ਅਗਲੇ ਸਾਲ ਡਿਵੀਡੈਂਡ ਦਾ ਫਿਰ ਟੈਕਸ ਪੇ ਕਰਨਾ ਪੈਂਦਾ ਹੈ, ਕਈ ਵਾਰ ਡਬਲ ਟੈਕਸੇਸ਼ਨ ਬਰਡਨ ਵੀ ਆ ਜਾਂਦਾ ਹੈ, ਕੰਪਨੀ ਦੇ ਥਰੂ ਵੀ ਭਰਿਆ ਗਿਆ ਔਰ ਇੰਡੀਵਿਜੂਅਲ ਬੇਸ ਤੇ ਵੀ ਭਰਨਾ ਪੈਂਦਾ ਹੈਗਾ। ਇਹ ਸੀਗੀਆਂ ਤੁਹਾਡੀਆਂ ਟਾਈਪਸ ਆਫ ਬਿਜ਼ਨਸ ਫੋਰਮੇ। ਨੈਕਸਟ ਟੌਪਿਕ ਸਾਡੇ ਕੋਲ ਹੈਗਾ ਫਾਈਨੈਂਸ਼ੀਅਲ ਕੰਸੀਡਰੇਸ਼ਨ। ਫਾਈਨੈਂਸ਼ੀਅਲ ਕੰਸੀਡਰੇਸ਼ਨ ਦੀ ਸਭ ਤੋਂ ਪਹਿਲਾਂ ਬਿਜ਼ਨਸ ਆ ਰਹੀਆਂ ਨੇ ਫਾਈਨੈਂਸ਼ੀਅਲ ਸਟੇਟਮੈਂਟ, ਕਿਉਂਕਿ ਜਦੋਂ ਵੀ ਕੋਈ ਬਿਜ਼ਨਸ ਸਟਾਰਟ ਹੋਊਗਾ ਤਾਂ ਉਹਦੀਆਂ ਫਾਈਨੈਂਸ਼ੀਅਲ ਸਟੇਟਮੈਂਟ ਜ਼ਰੂਰ ਬਣੀਆਂ ਹੋਣਗੀਆਂ। ਫਾਈਨੈਂਸ਼ੀਅਲ ਸਟੇਟਮੈਂਟ ਸਾਨੂੰ ਪਤਾ ਹੈ ਕੰਪਨੀ 'ਚ ਕਿਹੜੀਆਂ ਹੁੰਦੀਆਂ ਨੇ, ਜਿਹਦੇ ਤੋਂ ਸਾਨੂੰ ਕੰਪਨੀ ਦੀ ਕਹਿੰਦਾ ਫਾਈਨੈਂਸ਼ੀਅਲ ਪੋਜੀਸ਼ਨ ਬਾਰੇ ਪਤਾ ਲੱਗਦਾ ਹੈ। ਸਭ ਤੋਂ ਪਹਿਲਾਂ ਫਾਈਨੈਂਸ਼ੀਅਲ ਸਟੇਟਮੈਂਟ ਹੈਗੀ ਬੈਲੈਂਸ ਸ਼ੀਟ। ਬੈਲੈਂਸ ਸ਼ੀਟ ਇੱਕ ਫਾਈਨੈਂਸ਼ੀਅਲ ਸਟੇਟਮੈਂਟ ਹੁੰਦੀ ਹੈ ਜਿਹਦੇ ਤੋਂ ਕਹਿੰਦਾ ਕੰਪਨੀ ਦੀ ਬੈਲੈਂਸ ਸ਼ੀਟ ਇੱਕ ਫਾਈਨੈਂਸ਼ੀਅਲ ਸਟੇਟਮੈਂਟ ਹੁੰਦਾ ਜਿਹਦੇ ਤੋਂ ਕਹਿੰਦਾ ਕੰਪਨੀ ਦੀ ਸਾਨੂੰ ਫਾਈਨੈਂਸ਼ੀਅਲ ਪੋਜੀਸ਼ਨ ਬਾਰੇ ਪਤਾ ਲੱਗਦਾ ਹੈ। ਬੈਲੈਂਸ ਸ਼ੀਟ ਦੇ 2 ਸਾਈਡਸ ਹੁੰਦੀਆਂ ਨੇ, ਐਸੈਟ ਸਾਈਡਸ ਔਰ ਲਾਇਬਿਲਿਟੀ ਸਾਈਡਸ। ਐਸੈਟ ਸਾਈਡਸ ਔਰ ਲਾਇਬਿਲਿਟੀ ਸਾਈਡ ਦੋਨੋਂ ਦਾ ਬੈਲੈਂਸ ਆਪਸ ਦੇ ਵਿੱਚ ਇਕੁਅਲ ਹੋਣਾ ਚਾਹੀਦਾ ਹੈਗਾ। ਬੈਲੈਂਸ ਸ਼ੀਟ ਉਦੋਂ ਜਾ ਕੇ ਪ੍ਰੋਪਰ ਮੰਨੀ ਜਾਂਦੀ ਹੈ ਜਦੋਂ ਵੀ ਕਿਸੇ ਕੰਪਨੀ 'ਚ ਬੈਲੈਂਸ ਸ਼ੀਟ ਬਣੂਗੀ, ਮੀਨਸ ਦੋਨੋਂ ਸਾਈਡ ਬਰਾਬਰ ਹੋਣਗੀਆਂ। ਇਹਨਾਂ ਨੇ ਦਿਖਾਇਆ ਹੈ ਵੀ ਨੀਚੇ ਐਸੈਟਸ ਇਜ਼ ਇਕੁਅਲ ਟੂ ਲਾਇਬਿਲਿਟੀ ਪਲੱਸ ਓਨਰ ਕੈਪੀਟਲ। ਐਸੈਟਸ ਹਮੇਸ਼ਾ ਬਰਾਬਰ ਹੋਣਗੀਆਂ, ਜਿੰਨੇ ਵੀ ਕਹਿੰਦਾ ਉਹਨਾਂ ਨੇ ਪੈਸੇ ਦੇਣੇ ਨੇ ਪਲੱਸ ਓਨਰ ਦੀ ਕੈਪੀਟਲ, ਇਹਨਾਂ ਦੋਨਾਂ ਨੂੰ ਮਿਲਾ ਕੇ ਐਸੈਟਸ ਬਰਾਬਰ ਹੋਣੀ ਚਾਹੀਦੀਆਂ। ਅਗਰ ਦੋਨੋਂ ਸਾਈਡ ਬਰਾਬਰ ਹੋਣਗੀਆਂ ਤਾਂ ਕੰਪਨੀ ਦੀ ਫਾਈਨੈਂਸ਼ੀਅਲ ਪੋਜੀਸ਼ਨ ਪਤਾ ਲੱਗ ਜਾਂਦੀ ਹੈ, ਕਿਉਂਕਿ ਉਹਦੇ ਵਿੱਚ ਕੰਪਨੀ ਨੇ ਕਿੰਨਾ ਪੈਸਾ ਲੈਣਾ ਹੈ ਦੇਣਾ ਹੈ, ਜਾਂ ਕੰਪਨੀ ਕੋਲ ਕਿੰਨੀਆਂ ਫਿਕਸ ਐਸੈਟਸ ਜਾਂ ਕਰੰਟ ਐਸੈਟਸ, ਕਿੰਨੀਆਂ ਕਰੰਟ ਲਾਇਬਿਲਿਟੀ ਜਾਂ ਲੌਂਗ ਟਰਮ ਲਾਇਬਿਲਿਟੀਜ਼, ਉਹ ਸਾਰੀ ਚੀਜ਼ਾਂ ਸਾਨੂੰ ਸ਼ੋ ਹੋ ਜਾਂਦੀਆਂ ਹੈਗੀਆਂ ਨੇ। ਹਰੇਕ ਕੰਪਨੀ ਦੇ ਵਿੱਚ ਬੈਲੈਂਸ ਸ਼ੀਟ ਕਹਿੰਦਾ ਜ਼ਰੂਰ ਬਣਦੀ ਹੈ। ਉਸ ਤੋਂ ਬਾਅਦ ਹੈਗੀ ਹੈ ਤੁਹਾਡੇ ਕੋਲ ਕੈਸ਼ ਫਲੋ ਸਟੇਟਮੈਂਟ। ਕੰਪਨੀ ਦੇ ਵਿੱਚ ਕਹਿੰਦਾ ਜਿਹੜੀਆਂ ਨਾਰਮਲ ਛੋਟੀ ਫਰਮਾਂ ਹੁੰਦੀਆਂ ਉਹਦੇ ਵਿੱਚ ਤਾਂ ਕੈਸ਼ ਫਲੋ ਦੀ ਸਟੇਟਮੈਂਟ ਨਹੀਂ ਬਣਦੀ ਹੈਗੀ, ਲੇਕਿਨ ਜਿਹੜੇ ਲੌਂਗ ਰਨ ਬਿਜ਼ਨਸ ਮੀਨਸ MNC ਟਾਈਪ ਕੰਪਨੀਜ਼ ਆ ਜਿਨ੍ਹਾਂ ਦਾ ਬਿਜ਼ਨਸ ਬਹੁਤ ਜ਼ਿਆਦਾ ਹੁੰਦਾ ਹੈ, ਉਹ ਹਮੇਸ਼ਾ ਕੈਸ਼ ਫਲੋ ਸਟੇਟਮੈਂਟ ਵੀ ਬਣਾਉਂਦੇ ਨੇ। ਕੈਸ਼ ਫਲੋ ਤੋਂ ਸਾਨੂੰ ਕੀ ਪਤਾ ਲੱਗਦਾ ਵੀ ਸਾਡਾ ਸੋਰਸ ਆਫ ਕੈਸ਼ ਦਾ ਪਤਾ ਲੱਗਦਾ ਵੀ ਸਾਡਾ ਇਨਫਲੋ ਕੀ ਹੈ ਔਰ ਸਾਡਾ ਆਊਟਫਲੋ ਵੀ ਹੈ, ਸਾਨੂੰ ਪੈਸਾ ਕਿਤੋਂ ਆ ਰਿਹਾ ਹੈ ਔਰ ਸਾਡਾ ਪੈਸਾ ਕਿਤੇ ਜਾ ਰਿਹਾ। ਜਿਵੇਂ ਅਸੀਂ ਕਹਿੰਦੇ ਹੈਗੇ ਵਰਕਿੰਗ ਕੈਪੀਟਲ ਮੈਨੇਜਮੈਂਟ, ਉਹ ਵੀ ਕੈਸ਼ ਦੇ ਨਾਲ ਹੀ ਡੀਲ ਕਰ ਜਾਂਦੀ ਹੈਗੀ ਤੁਹਾਡੀ। ਕੈਸ਼ ਫਲੋ ਕਹਿੰਦਾ ਕਿੰਨੇ ਪ੍ਰਕਾਰ ਦੇ ਹੋਣਗੇ? 2 ਪ੍ਰਕਾਰ ਦੇ। ਐਕਚੁਅਲ ਕੈਸ਼ ਫਲੋ, ਐਕਚੁਅਲ ਦੇ ਵਿੱਚ ਆਊਗਾ ਵੀ ਐਕਚੁਅਲ ਇਨਫਲੋ ਆਫ ਕੈਸ਼, ਤੁਹਾਨੂੰ ਪੈਸਾ ਮੀਨਸ ਕਿਤੋਂ ਆ ਰਿਹਾ, ਮੀਨਸ ਕਿਵੇਂ ਤੁਸੀਂ ਪੈਸਾ ਜਨਰੇਟ ਕਰ ਰਹੇ ਹੈਗੇ ਹੋ। ਐਗਜ਼ਾਮਪਲ ਕੋਈ ਕੈਪੀਟਲ ਦਾ ਪੈਸਾ ਸਾਡੇ ਕੋਲ ਆਇਆ, ਜਾਂ ਫਿਰ ਅਸੀਂ ਕਿਸੇ ਦੀ ਸਰਵਿਸ ਕੀਤੀ ਉਹਦਾ ਸਾਡੇ ਕੋਲ ਪੈਸਾ ਆਇਆ, ਅਸੀਂ ਕਿਸੇ ਨੂੰ ਗੁੱਡ ਸੇਲ ਕੀਤੀਆਂ ਉਹਦਾ ਸਾਨੂੰ ਪੈਸਾ ਆਇਆ, ਉਹ ਸਾਰੇ ਪੈਸੇ ਸਾਡੇ ਕੋਲ ਆਉਂਦੇ ਨੇ ਜਿਵੇਂ ਸਾਨੂੰ ਕੋਈ ਇਨਕਮ ਵਾਸ ਜਨਰੇਟ ਹੋਈ। ਆਊਟਫਲੋ ਕੀ ਹੁੰਦੇ ਨੇ? ਜਿੱਥੇ ਅਸੀਂ ਪੇਮੈਂਟਸ ਕਰਦੇ ਹਾਂ, ਜਿਵੇਂ ਪੇਮੈਂਟਸ ਆਫ ਸ਼ੇਅਰਸ, ਪੇਮੈਂਟਸ ਆਫ ਲੋਨਸ, ਪੇਮੈਂਟ ਆਫ ਡਿਬੈਂਚਰਸ, ਪੇਮੈਂਟ ਆਫ ਟੈਕਸ, ਪੇਮੈਂਟ ਆਫ ਡਿਵੀਡੈਂਡ, ਇਹ ਸਾਡੀਆਂ ਸਾਰੀਆਂ ਕੀ ਹੁੰਦੀਆਂ ਜਿਹੜੀਆਂ ਸਾਨੂੰ ਐਕਚੁਅਲ ਪੇਮੈਂਟਸ ਕੈਸ਼ ਦੇ ਵਿੱਚ ਕਰਨੀਆਂ ਪੈਂਦੀਆਂ ਹੈਗੀਆਂ ਨੇ। ਦੂਜਾ ਸਾਡਾ ਕੈਸ਼ ਫਲੋ ਹੈਗਾ ਨੈਸ਼ਨਲ ਕੈਸ਼ ਫਲੋ। ਨੈਸ਼ਨਲ ਕੈਸ਼ ਫਲੋ ਦਾ ਮਤਲਬ ਹੋਊਗਾ ਨੈਸ਼ਨਲ ਇਨਫਲੋ। ਨੈਸ਼ਨਲ ਇਨਫਲੋ ਕਿਵੇਂ ਹੋਊਗਾ? ਜਦੋਂ ਅਸੀਂ ਨੈਸ਼ਨਲ ਇਨਫਲੋ ਹੋਊਗਾ ਜਦੋਂ ਅਸੀਂ ਪਰਚੇਜ਼ ਕਰਦੇ ਹੈਗੇ, ਲੇਕਿਨ ਉਧਾਰ ਤੇ ਪਰਚੇਜ਼ ਕਰਦੇ ਹੈਗੇ। ਇਹ ਵੀ ਸਾਡੇ ਇੱਕ ਤਰ੍ਹਾਂ ਦੀ ਫਲੋ ਦੇ ਵਿੱਚ ਹੀ ਆਉਂਦੇ ਹੈ, ਲੇਕਿਨ ਸਾਡੇ ਕੋਲ ਨਹੀਂ ਤੁਹਾਨੂੰ ਸਿਰਫ ਇਹ ਤਾਂ ਪੁੱਛਿਆ ਜਾ ਸਕਦਾ ਵੀ ਬੈਲੈਂਸ ਸ਼ੀਟਸ ਫਾਈਨੈਂਸ਼ੀਅਲ ਸਟੇਟਮੈਂਟ ਕਿਹੜੀਆਂ ਹੈਗੀਆਂ ਨੇ, ਸਾਨੂੰ ਕੋਈ ਨਹੀਂ ਆਉਣਾ ਇਹਦੇ ਵਿੱਚ। ਨੈਸ਼ਨਲ ਦੇ ਵਿੱਚ ਗੱਲ ਕੀ ਹੋਗੀ? ਜਦੋਂ ਅਸੀਂ ਉਧਾਰ ਤੇ, ਜਿਵੇਂ ਸਾਡੇ ਕੋਲ ਸਮਾਨ ਆ ਰਿਹਾ, ਅਸੀਂ ਪਰਚੇਜ਼ ਕਰ ਰਹੇ ਹਾਂ, ਉਧਾਰ ਤੇ ਪਰਚੇਜ਼ ਕਰ ਰਹੇ ਹਾਂ, ਕ੍ਰੈਡਿਟਰ ਆ ਜਾਂਦੇ ਨੇ। ਆਊਟਫਲੋ ਕੀ ਹੋਏਗਾ? ਜਦੋਂ ਅਸੀਂ ਉਧਾਰ ਤੇ ਸਮਾਨ ਸੇਲ ਕਰਦੇ ਹੈਗੇ, ਸਾਡੇ ਕੋਲ ਡੈਬਿਟ ਦੇ ਡੈਬਿਟਰਸ ਆ ਜਾਂਦੇ, ਕ੍ਰੈਡਿਟ ਵਿੱਚ ਅਸੀਂ ਸੇਲ ਪਾ ਦਿੰਦੇ ਹੁੰਦੇ ਹਾਂ। ਮਤਲਬ ਸਾਡੇ ਕੋਲ ਨੈਸ਼ਨਲ ਤਾਂ ਕੋਈ ਐਕਚੁਅਲ ਸਾਡੇ ਕੋਲ ਕੈਸ਼ ਆ ਰਿਹਾ, ਜਦੋਂ ਨੈਸ਼ਨਲ ਦੀ ਗੱਲ ਕਰਾਂਗੇ ਤਾਂ ਉਧਾਰ ਦੇ ਬੇਸ ਤੇ ਸਾਡੇ ਕੋਲ ਜਦੋਂ ਕੰਮ ਹੋ ਜਾਂਦਾ। ਉਸ ਤੋਂ ਬਾਅਦ ਹੈਗਾ ਸਾਡੇ ਕੋਲ ਪ੍ਰੋਫਿਟ ਐਂਡ ਲੋਸ ਅਕਾਊਂਟ। ਪ੍ਰੋਫਿਟ ਐਂਡ ਲੋਸ ਅਕਾਊਂਟ ਵੀ ਇੱਕ ਫਾਈਨੈਂਸ਼ੀਅਲ ਸਟੇਟਮੈਂਟ ਹੁੰਦੀ ਹੈ ਜਿਹਦੇ ਵਿੱਚ ਕੰਪਨੀ ਦੇ ਸਾਨੂੰ ਐਕਚੁਅਲ ਨੈਟ ਪ੍ਰੋਫਿਟ ਹੋਇਆ ਜਾਂ ਐਕਚੁਅਲ ਨੈਟ ਲੋਸ ਹੋਇਆ ਉਹਦੇ ਬਾਰੇ ਇਨਫੋਰਮੇਸ਼ਨ ਮਿਲ ਜਾਂਦੀ ਹੈ। ਇਹਦੇ ਵਿੱਚ ਵੀ 2 ਸਾਈਡਸ ਹੋਣਗੀਆਂ, ਇੱਕ ਸਾਈਡ ਤੇ ਸਾਰੀਆਂ ਇਨਕਮਸ ਹੁੰਦੀਆਂ ਨੇ, ਦੂਸਰੀ ਸਾਈਡ ਤੇ ਸਾਰੇ ਐਕਸਪੈਂਸਿਵ ਹੁੰਦੇ ਨੇ। ਅਗਰ ਐਕਸਪੈਂਸਿਵ ਜ਼ਿਆਦਾ, ਇਨਕਮ ਘੱਟ ਹੁੰਦੀ ਹੈ ਤਾਂ ਕੰਪਨੀ ਨੂੰ ਨੈਟ ਲੋਸ ਹੁੰਦਾ ਹੈ। ਅਗਰ ਕੰਪਨੀ ਦੀ ਇਨਕਮ ਜ਼ਿਆਦਾ, ਐਕਸਪੈਂਸਿਵ ਘੱਟ ਹੁੰਦੀਆਂ ਤਾਂ ਡਿਫਰੈਂਸ ਜਿਹੜਾ ਹੁੰਦਾ ਉਹ ਸਾਡਾ ਨੈਟ ਇਨਕਮ ਮੰਨੀ ਜਾਂਦੀ ਹੈਗੀ ਹੈ। ਕੰਪਨੀ ਦੇ ਵਿੱਚ ਜਿੰਨੇ ਵੀ ਇਹਦੇ ਵਿੱਚ ਯੂਜ਼ ਕੀਤੇ ਜਾਂਦੇ ਨੇ ਉਹ ਸਾਡੇ ਕੋਲ ਸੇਲਸ, ਪਰਚੇਜ਼, ਡਾਇਰੈਕਟ ਐਕਸਪੈਂਸਿਵ, ਇਨਡਾਇਰੈਕਟ ਐਕਸਪੈਂਸਿਵ, ਇਨਡਾਇਰੈਕਟ ਇਨਕਮ, ਇਹ ਸਾਰੀਆਂ ਚੀਜ਼ਾਂ ਯੂਜ਼ ਕਰਕੇ ਸਾਡਾ ਪ੍ਰੋਫਿਟ ਐਂਡ ਲੋਸ ਅਕਾਊਂਟ ਬਣਾ ਲਿਆ ਜਾਂਦਾ ਹੈਗਾ। ਉਸ ਤੋਂ ਬਾਅਦ ਸਾਡੇ ਕੋਲ ਹੈਗਾ ਮੈਨੇਜਿੰਗ ਕੈਸ਼ ਫਲੋ। ਕੈਸ਼ ਫਲੋ ਨੂੰ ਕਹਿੰਦਾ ਕਿਵੇਂ ਮੈਨੇਜ ਕਰ ਸਕਦੇ ਹੋ? ਸਭ ਤੋਂ ਪਹਿਲਾਂ ਕੈਸ਼ ਫਲੋ ਨੂੰ ਸਾਨੂੰ ਐਨਾਲਾਈਜ਼ ਕਰਨਾ ਪਊਗਾ ਵੀ ਸਾਡਾ ਪੈਸਾ ਯੂਜ਼ ਕਿਵੇਂ ਹੁੰਦਾ ਹੈਗਾ, ਅਸੀਂ ਕਿੰਨਾ ਪੈਸਾ ਬਾਹਰ ਸਾਡਾ ਜਾ ਰਿਹਾ ਕੰਪਨੀ ਤੋਂ ਔਰ ਕਿੰਨਾ ਪੈਸਾ ਸਾਡੇ ਕੰਪਨੀ ਵਿੱਚ ਆ ਰਿਹਾ ਹੈਗਾ। ਤਾਂ ਕਹਿੰਦਾ ਈਜ਼ੀਲੀ ਬੇਸ ਨਾਲ ਕਹਿੰਦਾ ਅਸੀਂ ਕੈਸ਼ ਨੂੰ ਮੈਨੇਜ ਕਰ ਸਕਦੇ ਹਾਂ ਅਗਰ ਸਾਡੇ ਕੋਲ ਪ੍ਰੋਪਰ ਰਿਕਾਰਡ ਹੋਊਗਾ ਤਾਂ। ਅਗਰ ਤੁਸੀਂ ਹਰ ਇੱਕ ਚੀਜ਼ ਦੀ ਐਂਟਰੀ ਪਾਸ ਕਰ ਰਹੇ ਹੋ ਔਰ ਉਹਦਾ ਰਿਕਾਰਡ ਦੇ ਬੇਸ ਤੇ ਹੀ ਐਂਟਰੀ ਪਾਸ ਹੋਈ ਹੈ, ਇਹ ਨਹੀਂ ਹੈ ਵੀ ਮੌਜਵਾਨੀ ਐਂਟਰੀ ਪਈਆਂ ਹੋਈਆਂ, ਤੁਸੀਂ ਪੈਸੇ ਦਿੱਤੇ ਹੋਏ ਨੇ, ਪੈਸੇ ਆਏ ਹੋਏ ਨੇ, ਉੱਦਾਂ ਦਾ ਰਿਕਾਰਡ ਕਦੀ ਵੀ ਕੈਸ਼ ਫਲੋ ਨੂੰ ਮੈਨੇਜ ਨਹੀਂ ਕਰ ਸਕਦਾ। ਅਗਰ ਪ੍ਰੋਪਰ ਰਿਕਾਰਡ ਨਾਲ ਕੰਪਨੀ 'ਚ ਕੰਮ ਹੋ ਰਿਹਾ ਹੈਗਾ ਤਾਂ ਕਹਿੰਦਾ ਕੈਸ਼ ਫਲੋ ਮੈਨੇਜ ਹੋ ਸਕਦਾ ਹੈ।
ਜ਼ਰੂਰੀ ਹੈ ਕੈਸ਼ ਫਲੋ ਮੈਨੇਜ ਕਰਨ ਲਈ ਤੁਹਾਨੂੰ ਪਹਿਲਾਂ ਆਪਣੇ ਅਕਾਊਂਟ ਰਿਸੀਵੇਬਲ ਜਿਹੜੇ ਹੈਗੇ ਨੇ ਜਿਨ੍ਹਾਂ ਤੋਂ ਤੁਸੀਂ ਪੈਸਾ ਲੈਣਾ ਹੁੰਦਾ ਹੈ, ਅਗਰ ਕਹਿੰਦਾ ਤੁਸੀਂ ਉਹਨੂੰ ਪ੍ਰੋਪਰ ਇੰਪਰੂਵ ਕਰ ਲੈਂਦੇ ਹੋ ਫਿਰ ਤੁਸੀਂ ਕੈਸ਼ ਫਲੋ ਨੂੰ ਮੈਨੇਜ ਕਰ ਸਕਦੇ ਹੋ। ਉਹਨਾਂ ਨੂੰ ਇੰਪਰੂਵ ਕਰਨ ਲਈ ਕਹਿੰਦਾ ਕੀ ਹੈ, ਸਟੇ ਔਨ ਦੀ ਟੌਪ ਆਫ ਪੇਮੈਂਟਸ। ਹਮੇਸ਼ਾ ਧਿਆਨ ਰੱਖੋ ਵੀ ਜਿਨ੍ਹਾਂ ਤੋਂ ਤੁਸੀਂ ਪੇਮੈਂਟਸ ਲੈਣੀਆਂ ਨੇ, ਜਿਨ੍ਹਾਂ ਤੋਂ ਜ਼ਿਆਦਾ ਪੇਮੈਂਟਸ ਲੈਣੀਆਂ ਹੁੰਦੀਆਂ, ਕਿਉਂਕਿ ਛੋਟੀ ਛੋਟੀ ਪੇਮੈਂਟਾਂ ਦਾ ਫਿਰ ਵੀ ਚੱਲ ਜਾਂਦਾ ਹੈਗਾ। ਜਿਸ ਪਾਰਟੀ ਤੋਂ ਤੁਸੀਂ ਜ਼ਿਆਦਾ ਪੇਮੈਂਟਸ ਲੈਣੀਆਂ ਹੁੰਦੀਆਂ ਨੇ ਉਹਨਾਂ ਦਾ ਧਿਆਨ ਰੱਖੋ। ਉਹਨਾਂ ਨੂੰ ਗ੍ਰੇਸ ਪੀਰੀਅਡ ਪਹਿਲਾਂ ਤੋਂ ਦਿੱਤਾ ਹੋਣਾ ਚਾਹੀਦਾ ਵੀ ਘੱਟੋ ਘੱਟ ਤੁਹਾਡੇ ਕੋਲ 10 ਦਿਨ ਦਾ ਟਾਈਮ, ਮੀਨਸ ਕ੍ਰੈਡਿਟ ਪੇਮੈਂਟ ਹਰੇਕ ਪੀਰੀਅਡ ਹੁੰਦਾ, ਹਰੇਕ ਕੰਪਨੀ ਦਾ ਟਾਈਮ ਪੀਰੀਅਡ ਜ਼ਰੂਰ ਹੁੰਦਾ ਵੀ ਤੁਸੀਂ ਘੱਟੋ ਘੱਟ ਸਾਨੂੰ 7 ਦਿਨ ਬਾਅਦ ਪੇਮੈਂਟ ਦੇਣੀ ਹੈ ਜਾਂ 15 ਦਿਨ ਬਾਅਦ ਪੇਮੈਂਟ ਦੇਣੀ ਹੈ। 15 ਦਿਨ ਤੋਂ ਜ਼ਿਆਦਾ ਕੋਈ ਵੀ ਕੰਪਨੀ ਇੱਦਾਂ ਦੀ ਨਹੀਂ ਹੁੰਦੀ ਕਿ ਜਿਹੜੀ ਪੇਮੈਂਟ ਸਾਨੂੰ ਗ੍ਰੇਸ ਪੀਰੀਅਡ ਦਿੰਦੀ ਹੋਊਗੀ। ਦੂਸਰਾ, ਮੇਕ ਇਟ ਈਜ਼ੀ ਟੂ them ਟੂ ਪੇ। ਹਰੇਕ ਪਾਰਟੀ ਲਈ ਕਹਿੰਦਾ ਬਹੁਤ ਸਿੰਪਲ ਬਣਾਓ ਕਿ ਉਹ ਈਜ਼ੀਲੀ ਬੇਸ ਨਾਲ ਪੇਮੈਂਟ ਦੇਣ। ਕਈ ਵਾਰ ਕੋਈ ਪਾਰਟੀ ਕਹਿੰਦੇ ਯਾਰ ਸਾਡੇ ਕੋਲ ਟਾਈਮ ਨਹੀਂ ਲੱਗ ਰਿਹਾ ਚੈੱਕ ਵਗੈਰਾ ਦੇਣ ਕੇ ਜਾਣ ਦਾ, ਤੁਸੀਂ ਆਪਣਾ ਪਰਸਨ ਰੱਖਿਆ ਹੋਣਾ ਚਾਹੀਦਾ। ਕਹਿੰਦਾ ਚੈੱਕ ਕਲੈਕਸ਼ਨ ਬਹੁਤ ਸਾਰੀ ਕੰਪਨੀ ਜਿੱਦਾਂ ਹੁੰਦਾ ਵੀ ਸਿਰਫ ਸਿੰਗਲ ਪਰਸਨ ਇਸੇ ਕੰਮ ਤੇ ਹੁੰਦਾ ਹੈ, ਉਹ ਪਾਰਟੀਆਂ ਤੋਂ ਜਾ ਕੇ ਪੇਮੈਂਟਸ ਹੀ ਕਲੈਕਟ ਕਰਕੇ ਆਉਂਦਾ, ਜਿਵੇਂ ਚੈੱਕ ਵਗੈਰਾ ਲੈ ਕੇ ਆਉਂਦਾ। ਜਾਂ ਫਿਰ ਅਸੀਂ ਪਾਰਟੀ ਨੂੰ ਫੈਸਿਲਿਟੀ ਦੇਣ, ਸਾਡੇ ਖਾਤੇ 'ਚ IMPS ਕਰਵਾਓ, ਸਾਨੂੰ ਸਲਿੱਪ ਭੇਜ ਦਿਓ, ਸਾਡੇ ਖਾਤੇ 'ਚ ਪੇਮੈਂਟ ਪਾਓ। ਜਾਂ ਫਿਰ ਕੋਈ ਅਸੀਂ ਇੱਦਾਂ ਦੀ ਐਪ ਬਣਾਈ ਹੁੰਦੀ ਹੈ ਜਿਹਦੇ ਵਿੱਚ ਆਰਡਰ ਲਗਾਉਂਗੇ ਨਾਲ ਦੀਆਂ ਤੁਹਾਨੂੰ ਪੇਮੈਂਟਸ ਕਰਨੀ ਪੈਂਦੀ, ਜਦੋਂ ਸਾਡੇ ਕੋਲ ਪੇਮੈਂਟਸ ਆਉਂਦੀ ਨਾਲ ਦੀਆਂ ਆਰਡਰ ਮੀਨਸ ਤੁਹਾਡਾ ਆਰਡਰ ਕੰਪਲੀਟ ਕਰ ਦੇਵਾਂਗੇ। ਇਹ ਸਾਰੀਆਂ ਫੈਸਿਲਿਟੀ ਤੁਹਾਨੂੰ ਕਹਿੰਦਾ ਦੇਣੀਆਂ ਪੈਣਗੀਆਂ। ਇੰਸਟੀਟਿਊਟ ਹੈ ਕ੍ਰੈਡਿਟ ਪਾਲਿਸੀ, ਹਰੇਕ ਕਹਿੰਦਾ ਪਾਰਟੀ ਲਈ ਕਹਿੰਦਾ ਕ੍ਰੈਡਿਟ ਪਾਲਿਸੀ ਜ਼ਰੂਰ ਬਣਾਓ। ਉਹਦੇ ਵਿੱਚ ਟਾਈਮ ਪੀਰੀਅਡ ਤੁਸੀਂ ਖੁਦ ਡਿਸਾਈਡ ਕਰੋਗੇ, ਕਹਿੰਦਾ 7 ਦਿਨ 15 ਦਿਨ ਜਿੰਨੀ ਜਲਦੀ ਹੋ ਸਕੇ, ਕਹਿੰਦਾ ਇਸ ਤੋਂ ਜ਼ਿਆਦਾ ਤੁਸੀਂ ਨਹੀਂ ਟਾਈਮ ਕਰ ਸਕਦੇ। ਗ੍ਰੇਸ ਪੀਰੀਅਡ ਅਗਰ ਕਿਸੇ ਪਾਰਟੀ ਨੂੰ ਦਿੰਦੇ ਹੋ ਨਾ, ਕਈ ਵਾਰ ਕੋਈ ਪਾਰਟੀ ਇੱਦਾਂ ਨਹੀਂ ਵੀ ਅਸੀਂ ਇੰਨੀ ਜਲਦੀ ਪੇਮੈਂਟ ਨਹੀਂ ਦੇ ਸਕਦੇ, ਫਿਰ ਸਾਡੇ ਬਿਜ਼ਨਸ ਨੂੰ ਇਫੈਕਟ ਮਿਲਦਾ ਵੀ ਕੋਈ ਹੋਰ ਪਾਰਟੀ ਕਿਸੇ ਹੋਰ ਬਿਜ਼ਨਸ ਨੇ ਉਧਾਰ ਦੇ ਦੇਤਾ ਤਾਂ ਸਾਡੇ ਬਿਜ਼ਨਸ ਨੂੰ ਇਫੈਕਟ ਹੋ ਸਕਦਾ ਕਿਉਂਕਿ ਅਸੀਂ ਨਹੀਂ ਦੇ ਪਾਏ, ਦੂਸਰੀ ਪਾਰਟੀ ਨੇ ਕਿਵੇਂ ਦੇਤਾ। ਇੰਸਟੀਟਿਊਟ ਇੱਕ ਕਲੈਕਸ਼ਨ ਪਾਲਿਸੀ, ਬਿਜ਼ਨਸ ਦੀ ਕਹਿੰਦਾ ਕਲੈਕਸ਼ਨ ਪਾਲਿਸੀ ਵੀ ਬਣਾਓ। ਅਗਰ ਤੁਹਾਡੇ ਕੋਲ ਅਸੀਂ ਫੈਸਿਲਿਟੀ ਵੀ ਸਾਡੀ ਹਰੇਕ ਸਟੇਟ 'ਚ ਅਸੀਂ ਕਹਦੇ ਬੈਂਕ ਦੇ ਵਿੱਚ ਜਿੱਥੇ ਮਰਜ਼ੀ ਜਾ ਕੇ ਸਾਡੇ ਚੈੱਕ ਜਮ੍ਹਾਂ ਹੋ ਜਾਣ, ਜਾਂ ਬਾਕਸ ਸਿਸਟਮ ਅਸੀਂ ਸੈਟਅਪ ਕਰ ਦਈਏ, ਜਾਂ ਸਾਡੇ ਛੋਟੀ ਛੋਟੀ ਜਿਵੇਂ ਬ੍ਰਾਂਚ ਖੁੱਲੀ ਹੋਈ ਹੈ, ਛੋਟੀ ਛੋਟੀ ਮਿਨੀ ਆਫਿਸ, ਜਾਂ ਫਿਰ ਸਾਡੇ ਪਰਸਨਸ ਜੋ ਨੇ ਉਹ ਕਿਤੇ ਵੀ ਤੁਹਾਡੇ ਕੋਲ ਪੇਮੈਂਟਸ ਕਲੈਕਟ ਕਰ ਸਕਦੇ ਨੇ। ਇਹ ਫੈਸਿਲਿਟੀਜ਼ ਜ਼ਰੂਰ ਤੁਸੀਂ ਆਪਣੇ ਕਹਿੰਦਾ ਜਿਹਦੇ ਨਾਲ ਤੁਹਾਡੇ ਡੈਪਟਰਸ ਨੇ ਜਿਹਨਾਂ ਤੋਂ ਤੁਸੀਂ ਪੈਸਾ ਰਿਸੀਵ ਕਰਨਾ ਹੈ ਉਹਨਾਂ ਨੂੰ ਇਹ ਫੈਸਿਲਿਟੀਜ਼ ਜ਼ਰੂਰ ਦਿਓ, ਤਾਂ ਤੁਹਾਡਾ ਅਕਾਊਂਟ ਰਿਸੀਵੇਬਲ ਪ੍ਰੋਪਰ ਤਰੀਕੇ ਨਾਲ ਹੋਊਗਾ। ਕਿਉਂਕਿ ਜਿੱਥੋਂ ਤੁਸੀਂ ਪੈਸੇ ਲੈਣਗੇ ਟਾਈਮ ਨਹੀਂ ਤੁਹਾਡੇ ਕੋਲ, ਜਦੋਂ ਪੈਸਾ ਆਊਗਾ ਤਾਂ ਤੁਸੀਂ ਕਹਿੰਦਾ ਅਕਾਊਂਟਸ ਪੇਬਲ ਵੀ ਪ੍ਰੋਪਰ ਤਰੀਕੇ ਨਾਲ ਕਰ ਸਕਦੇ ਹੋ। ਲਿਖਿਆ ਵੀ ਇੰਪਰੂਵਿੰਗ ਅਕਾਊਂਟਸ ਪੇਬਲ। It is your advantage to keep cash in hand as long as possible, which means carefully monitoring your outflow. ਇਹ ਤੁਹਾਡੇ ਲਈ ਕਹਿੰਦਾ ਜ਼ਰੂਰੀ ਹੈਗਾ, ਜਿੰਨਾ ਤੁਸੀਂ ਕਹਿੰਦਾ ਆਊਟਫਲੋ ਨੂੰ ਮੋਨੀਟਰ ਕਰੋਗੇ, ਵੀ ਜਿੱਥੇ ਜਿੱਥੇ ਤੁਹਾਡਾ ਪੈਸਾ ਜਾਣਾ ਹੈਗਾ ਅਗਰ ਉਹਨੂੰ ਪ੍ਰੋਪਰ ਤਰੀਕੇ ਨਾਲ ਕਰੋਗੇ ਤਾਂ ਤੁਹਾਡੇ ਕੋਲ ਆਟੋ ਮੋਡ ਤੇ ਵਧੀਆ ਹੋ ਜਾਊਗਾ ਵੀ ਤੁਸੀਂ ਕੈਸ਼ ਨੂੰ ਆਪਣੇ ਹੈਂਡ ਵਿੱਚ ਉਨਾ ਜ਼ਿਆਦਾ ਰੱਖ ਸਕਦੇ ਹੋ। ਅਗਰ ਤੁਹਾਡੀ ਫਸਟ ਗੱਲ ਤਾਂ ਇਹ ਹੈ ਵੀ ਤੁਹਾਡੇ ਕੋਲ ਅਗਰ ਪੈਸਾ ਤੁਹਾਡਾ ਆਪਣਾ ਵਾਪਿਸ ਨਹੀਂ ਆ ਰਿਹਾ ਬਿਜ਼ਨਸ ਵਿੱਚ ਪ੍ਰੋਪਰ ਤਰੀਕੇ ਨਾਲ, ਤੁਸੀਂ ਆਊਟਫਲੋ ਨੂੰ ਕਦੀ ਮੈਨੇਜ ਨਹੀਂ ਕਰ ਸਕਦੇ। ਅਗਰ ਟਾਈਮਲੀ ਤੁਹਾਡੇ ਕੋਲ ਆਪਣਾ ਪੈਸਾ ਵਾਪਿਸ ਆ ਰਿਹਾ ਹੋਊਗਾ ਤਾਂ ਜਿਨ੍ਹਾਂ ਨੂੰ ਤੁਸੀਂ ਪੈਸੇ ਦੇਣੇ ਉਹਨਾਂ ਨੂੰ ਟਾਈਮਲੀ ਵਾਪਿਸ ਕਰਦੇ ਵੀ ਚਲੇ ਜਾਓਗੇ। ਫਿਰ ਹੈਗਾ ਇੰਪਰੂਵਿੰਗ ਇਨਵੈਂਟਰੀ ਮੈਨੇਜਮੈਂਟ। ਇਨਵੈਂਟਰੀ ਮੈਨੇਜਮੈਂਟ ਨੂੰ ਕਿਵੇਂ ਇੰਪਰੂਵ ਕਰੋਗੇ, ਉਹਦੇ ਲਈ ਜ਼ਰੂਰੀ ਹੈ ਕਿ ਪ੍ਰੋਪਰ ਰਿਕਾਰਡ ਬਣਾਏ ਜਾਣ, ਪ੍ਰੋਪਰ ਮੈਥਡ ਯੂਜ਼ ਕੀਤੇ ਜਾਣ। ਮੋਸਟਲੀ ਕੰਪਨੀਜ਼ ਜੋ ਚੱਲਦੀਆਂ ਹੈਗੀਆਂ ਸਟਾਕ ਲੈਵਲ ਤੇ ਚੱਲਦੀਆਂ ਹੈਗੀਆਂ ਨੇ, ਮਿਨੀਮਮ ਲੈਵਲ, ਮੈਕਸਿਮਮ ਲੈਵਲ, ਐਵਰੇਜ ਲੈਵਲ ਜਾਂ ਫਿਰ ਨੋਰਮਲ ਲੈਵਲ, ਉਸ ਬੇਸ ਤੇ ਕਹਿੰਦਾ ਇਨਵੈਂਟਰੀ ਕਰਦੇ ਨੇ। ਜਾਂ ਕੁਝ ਕੰਪਨੀਜ਼ ਫੀਫੋ ਲੀਫੋ ਮੈਥਡ ਯੂਜ਼ ਕਰਦੀਆਂ ਹੈਗੀਆਂ ਨੇ, ਜਾਂ ਕੁਝ ਕੰਪਨੀਜ਼ ਜੋ ਹੈ VD ਐਨਾਲਿਸਿਸ, FSND ਐਨਾਲਿਸਿਸ ਜਾਂ ਫਿਰ ABC ਕਲਾਸੀਫਿਕੇਸ਼ਨ। ਜਿਸ ਬੇਸ ਤੇ ਵੀ ਇਨਵੈਂਟਰੀ ਕਰ ਰਹੇ ਹੋ ਕਹਿੰਦਾ ਉਹ ਤਾਂ ਪ੍ਰੋਪਰ ਰਿਕਾਰਡ ਹੋਵੇ, ਆਰਡਰ ਲਗਾ ਸਕਦੇ ਹੋ ਔਰ ਤੁਹਾਡੀ ਕੋਸਟ ਜੋ ਹੈ ਹਮੇਸ਼ਾ ਘੱਟ ਲੱਗੂਗੀ ਔਰ ਤੁਹਾਨੂੰ ਫਾਇਦਾ ਮਿਲਦਾ ਹੁੰਦਾ ਹੈ ਓਪਰਚੁਨਿਟੀ ਬੇਸ ਤੇ ਕੰਮ ਕਰਨ ਦਾ ਵੀ। ਸਾਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਐਸੈਟਸ ਅਸੀਂ ਜ਼ਿਆਦਾ ਖਰੀਦਣੀਆਂ ਨੇ, ਕਿਹੜੀਆਂ ਐਸੈਟਸ ਘੱਟ ਖਰੀਦਣੀਆਂ ਹੈਗੀਆਂ ਨੇ। ਨੈਕਸਟ ਸਾਡੇ ਕੋਲ ਹੈਗੀ ਐਪਲੀਕੇਸ਼ਨ ਆਫ ਬਿਜ਼ਨਸ ਰੇਸ਼ੀਓ। ਜਦੋਂ ਵੀ ਬਿਜ਼ਨਸ ਦੇ ਵਿੱਚ ਗੱਲ ਕਰਦੇ ਹਾਂ ਕਹਿੰਦਾ ਬਿਜ਼ਨਸ ਦੀ ਰੇਸ਼ੀਓਸ ਜ਼ਰੂਰ ਬਣੀਆਂ ਹੁੰਦੀਆਂ ਨੇ। ਬਿਜ਼ਨਸ ਰੇਸ਼ੀਓ ਕਿ ਇੱਕ ਸਾਡੇ ਕੋਲ ਇੱਕ ਤਰ੍ਹਾਂ ਦਾ ਮੀਨਸ ਟ੍ਰੈਂਡ ਹੀ ਹੁੰਦਾ, ਸਾਨੂੰ ਪਤਾ ਵੀ ਕਿੰਨੇ ਪਰਸੈਂਟ ਅਸੀਂ ਕਿਸ ਡਿਪਾਰਟਮੈਂਟ ਦੇ, ਜੋ ਸਾਡੇ ਕਿੰਨੇ ਹਰੇਕ ਚੀਜ਼ ਦੀ ਰੇਸ਼ੀਓ ਬਣੀ ਹੋਈ, ਕਿੱਥੇ ਸਾਡਾ ਪੈਸਾ ਰੇਸ਼ੀਓ ਦੇ ਵੀ ਲੱਗਿਆ ਹੋਇਆ। ਕਿਉਂਕਿ ਪੂਰੀ ਅਮਾਊਂਟਸ ਲੱਖਾਂ ਕਰੋੜਾਂ ਜਾਂ ਮਿਲੀਅਨਸ ਦੇ ਵਿੱਚ ਹੁੰਦੀ ਹੈ। ਅਸੀਂ ਪ੍ਰੋਪਰ ਉਹਦਾ ਅਮਾਊਂਟ ਤਾਂ ਸਾਨੂੰ ਯਾਦ ਰਹਿਣੀ ਨਹੀਂ ਹੈਗੀ, ਲੇਕਿਨ ਪਰਸੈਂਟ ਜਿਵੇਂ ਅਸੀਂ ਰੇਸ਼ੀਓ ਦੇ ਵਿੱਚ ਗੱਲ ਕਰੀਏ ਤਾਂ ਸਾਨੂੰ ਰੇਸ਼ੀਓ ਦੇ ਵਿੱਚ ਉਹ ਚੀਜ਼ ਯਾਦ ਰਹਿ ਜਾਊਗੀ, ਇੰਨੇ ਰੇਸ਼ੀਓ ਸਾਡੀ ਉਹਦੇ 'ਤੇ ਲੱਗੀ, ਇੰਨੀ ਰੇਸ਼ੀਓ ਸਾਡੀ ਇਸ ਡਿਪਾਰਟਮੈਂਟ 'ਚ ਹੈਗੀ ਹੈ। ਰੇਸ਼ੀਓ ਫਾਈਂਡ ਕਰਨ ਦੇ ਸਾਨੂੰ ਕਹਿੰਦਾ ਕੀ ਫਾਇਦੇ ਹੁੰਦੇ ਨੇ, ਸਾਨੂੰ ਕਹਿੰਦਾ ਟ੍ਰੈਂਡ ਐਨਾਲਿਸਿਸ ਪਤਾ ਲੱਗਦਾ ਵੀ ਅਸੀਂ ਕਿਸ ਦਿਸ਼ਾ ਦੇ ਵਿੱਚ ਜਾ ਰਹੇ ਹੈਗੇ ਹਾਂ, ਅਸੀਂ ਬਿਜ਼ਨਸ ਕਿਵੇਂ ਐਕਸਪੈਂਡ ਕਰ ਸਕਦੇ ਹੈਗੇ ਹਾਂ। ਦੂਸਰਾ ਸਾਡੇ ਇੰਟਰ ਫਰਮ ਕੰਪੈਰੀਜ਼ਨ, ਅਸੀਂ ਫਰਮ ਦੇ ਕੰਪੈਰੀਜ਼ਨ ਵੀ ਕਰ ਸਕਦੇ ਹਾਂ ਵੀ ਸਾਡੀ ਫਰਮ ਹੋਰ ਫਰਮ ਦੇ ਨਾਲ ਕਿੱਥੇ ਸਟੈਂਡ ਕਰ ਰਹੀ ਹੈਗੀ ਹੈ। ਉਸ ਤੋਂ ਬਾਅਦ ਅਸੀਂ ਆਪਣੇ ਆਪਰੇਸ਼ਨ ਦੇ ਵਿੱਚ ਵੀ ਐਫੀਸ਼ੀਐਂਸੀ ਲੈ ਕੇ ਆ ਸਕਦੇ ਹਾਂ, ਮੀਨ ਸਾਡਾ ਆਪਰੇਸ਼ਨ ਕੋਸਟ ਜ਼ਿਆਦਾ ਹੋ ਰਹੀਆਂ ਨੇ ਤਾਂ ਕੋਸਟ ਨੂੰ ਘਟਾ ਸਕਦੇ ਹੈਗੇ ਹਾਂ। ਆਪਰੇਸ਼ਨ ਪ੍ਰੋਪਰ ਤਰੀਕੇ ਨਾਲ ਚੱਲ ਰਿਹਾ ਉਹਦੇ ਵਿੱਚ ਕੁਆਲਿਟੀ ਜ਼ਿਆਦਾ ਪ੍ਰੋਪਰ ਤਰੀਕੇ ਨਾਲ ਕਰ ਸਕਦੇ ਹਾਂ। ਅਸੀਂ ਲੌਂਗ ਟਰਮ ਵਾਇਬਿਲਿਟੀ ਵੀ ਕਰ ਸਕਦੇ ਹਾਂ, ਮੀਨਸ ਆਪਣੇ ਬਿਜ਼ਨਸ ਨੂੰ ਲੌਂਗ ਟਰਮ ਲਈ ਚਲਾਉਣਾ ਹੈਗਾ ਉਹ ਰੇਸ਼ੀਓ ਬੇਸ ਨਾਲ ਅਸੀਂ ਚਲਾ ਸਕਦੇ ਹੈਗੇ ਹਾਂ। ਰਿਵੀਲ ਸਟਰੈਂਥ ਐਂਡ ਵੀਕਨੈਸ ਆਫ ਬਿਜ਼ਨਸ, ਜਿੱਥੇ ਸਾਡਾ ਪੈਸਾ ਜ਼ਿਆਦਾ ਲੱਗ ਰਿਹਾ ਹੋਊਗਾ ਅਸੀਂ ਦੇਖ ਲਾਂਗੇ ਸਾਡੇ ਵੀਕਨੈਸ ਪੁਆਇੰਟ ਨੇ, ਜਿੱਥੇ ਘੱਟ ਲੱਗ ਰਿਹਾ ਸੀ ਉਹਨੂੰ ਕਹਿ ਦਾਂਗੇ ਸਾਡੇ ਪੋਜ਼ਿਟਿਵ ਪੁਆਇੰਟ ਨੇ। ਉਸ ਤੋਂ ਬਾਅਦ ਸਾਨੂੰ ਓਵਰਆਲ ਪ੍ਰੋਫਿਟੇਬਿਲਿਟੀ ਆਫ ਦੀ ਬਿਜ਼ਨਸ, ਸਾਨੂੰ ਬਿਜ਼ਨਸ ਦੀ ਕਹਿੰਦਾ ਪ੍ਰੋਫਿਟੇਬਿਲਿਟੀ ਬਾਰੇ ਵੀ ਪਤਾ ਲੱਗ ਜਾਂਦਾ ਹੈ ਕਿ ਸਾਡੇ ਬਿਜ਼ਨਸ ਐਕਚੁਅਲ ਕਿੰਨਾ ਪ੍ਰੋਫਿਟ ਹੋ ਰਿਹਾ ਰੇਸ਼ੀਓ ਦੀ ਬੇਸ ਤੇ। ਰੇਸ਼ੀਓ ਕਿਹੜੀਆਂ ਕੈਲਕੂਲੇਟ ਹੁੰਦੀਆਂ, ਸਭ ਤੋਂ ਪਹਿਲਾਂ ਕੈਲਕੂਲੇਟ ਹੁੰਦੀ ਹੈ ਫਾਈਨੈਂਸ਼ੀਅਲ ਰੇਸ਼ੀਓ।
ਫਾਈਨੈਂਸ਼ੀਅਲ ਰੇਸ਼ੋ ਹੁੰਦੀ ਹੈ ਵੀ ਸਾਡੇ ਬਿਜ਼ਨਸ ਸਾਡਾ ਪੈਸਾ ਕਿੰਨਾ ਕਿਸ ਤਰ੍ਹਾਂ ਯੂਜ਼ ਹੋ ਰਿਹਾ, ਮੀਨ ਸਾਡਾ ਇਨਫਲੋ ਔਰ ਆਊਟਫਲੋ ਕਿੰਨੀ ਰੇਸ਼ੋ ਦੇ ਨਾਲ ਹੋ ਰਿਹਾ ਹੈਗਾ। ਇਹ ਬਿਜ਼ਨਸ ਦੀ ਸਾਨੂੰ ਫਾਈਨੈਂਸ਼ੀਅਲ ਪੋਜੀਸ਼ਨ ਬਾਰੇ ਪਤਾ ਲੱਗਦਾ, ਸਾਨੂੰ ਪਤਾ ਲੱਗਦਾ ਵੀ ਅਸੀਂ ਆਪਣਾ ਪੈਸਾ ਕਿੱਥੇ ਇਨਵੈਸਟ ਕਰਨਾ ਹੈ ਔਰ ਕਿਸ ਟਾਈਮ ਤੇ ਜਾ ਕੇ ਕਰਨਾ ਹੈ। ਇਹ ਫਾਈਨੈਂਸ਼ੀਅਲ ਰੇਸ਼ੋ ਤੋਂ ਸਾਨੂੰ ਕਲੀਅਰ ਹੋ ਜਾਂਦਾ ਹੈਗਾ। ਫਾਈਨੈਂਸ਼ੀਅਲ ਰੇਸ਼ੋ ਕੋਈ ਇੱਕ ਪ੍ਰਕਾਰ ਦੀ ਨਹੀਂ ਹੁੰਦੀ, ਕਾਫੀ ਪ੍ਰਕਾਰ ਦੀਆਂ ਫਾਈਨੈਂਸ਼ੀਅਲ ਰੇਸ਼ੋ ਹੁੰਦੀਆਂ ਨੇ। ਸਭ ਤੋਂ ਪਹਿਲਾਂ ਫਾਈਨੈਂਸ਼ੀਅਲ ਰੇਸ਼ੋ ਹੈਗੀ ਲਿਕੁਇਡਿਟੀ ਰੇਸ਼ੋ। ਲਿਕੁਇਡਿਟੀ ਰੇਸ਼ੋ ਹੁੰਦੀ ਹੈ ਵੀ ਤੁਸੀਂ ਆਪਣਾ ਪੈਸਾ ਕਿੱਥੇ ਯੂਜ਼, ਜਿਵੇਂ ਸਭ ਲਿਕੁਇਡੇਸ਼ਨ ਕੈਲਕੂਲੇਟ ਕਰਨਾ ਹੈਗਾ ਤਾਂ ਤੁਸੀਂ ਕਰੰਟ ਜਿਹੜੀਆਂ ਐਸੈਟਸ ਹੁੰਦੀਆਂ ਨੇ ਉਹ ਕਰੰਟ ਲਾਇਬਿਲਿਟੀ ਨਾਲ ਮਾਈਨਸ ਕਰ ਦਿਓ। ਮੀਨ ਤੁਹਾਡਾ ਜਿਹੜਾ ਆਪਣਾ ਪੈਸਾ ਹੈਗਾ, ਕਰੰਟ ਐਸੈਟ ਸਮਝਦੇ ਹੋ ਨਾ, ਬੈਂਕ ਦੇ ਵਿੱਚ ਪੈਸਾ, ਕੈਸ਼ ਇਨ ਹੈਂਡ, ਜਾਂ ਫਿਰ ਤੁਹਾਡਾ ਕੋਈ ਪ੍ਰੀਪੇਡ ਐਕਸਪੈਂਸਿਵ ਹੈਗੇ ਨੇ, ਤੁਹਾਡਾ ਸਟਾਕ ਹੋ ਗਿਆ, ਜਾਂ ਫਿਰ ਇਸ ਤੋਂ ਇਲਾਵਾ ਜਿਹੜੇ ਤੁਹਾਡੇ ਕਰੰਟ ਦੇ ਵਿੱਚ ਖਰਚੇ ਕਰਨ ਵਾਲੇ ਪੇ ਹੈਗੇ ਨੇ, ਜਿਹੜੇ ਪ੍ਰੀਪੇਡ ਦੇ ਵਿੱਚ ਪਏ ਨੇ, ਉਹ ਸਾਰਿਆਂ ਨੂੰ ਤੁਸੀਂ ਡਿਵਾਈਡ ਕਰ ਦੋਗੇ ਕਰੰਟ ਲਾਇਬਿਲਿਟੀ, ਜਿੰਨੇ ਵੀ ਤੁਹਾਡੇ ਪੇਬਲ ਵਾਲੇ ਅਕਾਊਂਟ ਹੋਣਗੇ, ਜੋ ਵੀ ਡਿਫਰੈਂਸ ਆਊਗਾ ਉਹਨੂੰ ਅਸੀਂ ਕਹਿ ਦੇਵਾਂਗੇ ਲਿਕੁਇਡਿਟੀ ਰੇਸ਼ੋ। ਮੀਨ ਸਾਡੇ ਕੋਲ ਆਪਣਾ ਪੈਸਾ ਅਸੀਂ ਜਲਦੀ ਇਹਨਾਂ ਵਿੱਚ ਕਨਵਰਟ ਕਰ ਸਕਦੇ ਹਾਂ। ਉਸ ਤੋਂ ਬਾਅਦ ਹੈਗਾ ਕੈਸ਼ ਰੇਸ਼ੋ। ਕੈਸ਼ ਰੇਸ਼ੋ ਦਾ ਮਤਲਬ ਹੁੰਦਾ ਤੁਸੀਂ ਕੈਸ਼ ਨੂੰ ਕਿੰਨੀ ਪ੍ਰੋਪਰ ਤਰੀਕੇ ਨਾਲ ਯੂਜ਼ ਕਰਦੇ ਹੋ। ਕੈਸ਼ ਰੇਸ਼ੋ ਦੇ ਵਿੱਚ ਤੁਸੀਂ ਕਹਿੰਦਾ ਹਮੇਸ਼ਾ ਪ੍ਰੋਫਿਟ ਰੇਸ਼ੋ ਫਾਈਂਡ ਕਰੋਗੇ। ਪ੍ਰੋਫਿਟ ਰੇਸ਼ੋ ਕਿੱਦਾਂ ਨਿਕਲਦੀ ਸਾਡੀ ਕੰਪਨੀ 'ਚ, ਸੇਲ ਹੋਗੀ, ਕੋਸਟ ਆਫ ਗੁੱਡਸ ਇਨ ਸੇਲ ਦੇ ਵਿੱਚੋਂ ਅਸੀਂ ਆਪਣੇ ਖਰਚੇ ਮਾਈਨਸ ਕਰ ਦਾਂਗੇ, ਡਿਵਾਈਡ ਕਰ ਦਾਂਗੇ ਉਹਨੂੰ ਅਸੀਂ ਸੇਲ ਦੇ ਨਾਲ, ਸਾਡੇ ਕੋਲ ਪ੍ਰੋਫਿਟ ਦੀ ਰੇਸ਼ੋ ਨਿਕਲ ਕੇ ਆ ਜਾਊਗੀ। ਐਸੈਟ ਕੱਢਣੀ ਹੈਗੀ ਤਾਂ ਅਸੀਂ ਇਨਕਮ ਨੂੰ ਟੋਟਲ ਐਸੈਟ ਨਾਲ ਡਿਵਾਈਡ ਕਰ ਦਾਂਗੇ, ਸਾਡੇ ਕੋਲ ਐਸੈਟ ਦੀ ਰੇਸ਼ੋ ਨਿਕਲ ਕੇ ਆ ਜਾਂਦੀ ਹੈ। ਫਿਰ ਸਾਡੇ ਕੋਲ ਆਉਂਦੀ ਹੈ ਆਪਰੇਸ਼ਨ ਰੇਸ਼ੋ, ਜਿੱਥੇ ਸਾਡੇ ਕੋਲ ਮੀਨਸ ਫਾਈਨੈਂਸ ਦੀ ਰੇਸ਼ੋ ਸੀਗੀਆਂ, ਉਸ ਤੋਂ ਬਾਅਦ ਸਾਡੇ ਕੋਲ ਆਉਂਦੀ ਹੈ ਆਪਰੇਸ਼ਨ ਰੇਸ਼ੋ। ਆਪਰੇਸ਼ਨ ਰੇਸ਼ੋ ਮਤਲਬ ਸਾਡੇ ਕੰਮ ਨਾਲ ਜਿਹੜੇ ਡੀਲ ਕਰਦੇ ਆ ਰੇਸ਼ੋਜ਼। ਸਭ ਤੋਂ ਪਹਿਲਾਂ ਰੇਸ਼ੋ ਤੁਹਾਡੇ ਕੋਲ ਆਉਂਦੀ ਹੈ ਅਕਾਊਂਟ ਰਿਸੀਵੇਬਲ ਰੇਸ਼ੋ, ਮੀਨਸ ਕਿੰਨੀ ਰੇਸ਼ੋ ਦੇ ਵਿੱਚ ਜਾ ਕੇ ਤੁਸੀਂ ਆਪਣੇ ਪੈਸੇ ਜੋ ਹੈ ਰਿਸੀਵ ਕਰਦੇ ਹੈਗੇ ਹੋ। ਇਹਨੂੰ ਦੇਖਾਂਗੇ ਨੈਟ ਕ੍ਰੈਡਿਟ ਸੇਲ ਡਿਵਾਈਡ ਬਾਈ ਸਾਡੀ ਅਕਾਊਂਟ ਰਿਸੀਵੇਬਲ, ਜਿੰਨਾ ਸਾਡੇ ਕੋਲ ਅਕਾਊਂਟ ਰਿਸੀਵੇਬਲ ਦਾ ਸਟਾਕ ਅਸੀਂ ਕਹਿ ਸਕਦੇ ਰਿਕਾਰਡ ਹੈਗਾ। ਐਗਜ਼ਾਮਪਲ ਮੈਨੇ ਪ੍ਰੋਪਰ ਸੇਲ ਕੀਤੀ ਹੈ 1 ਕਰੋੜ ਰੁਪਏ ਦੀ, ਔਰ ਕਿੰਨੀ ਉਧਾਰ ਤੇ ਸੇਲ ਕੀਤੀ ਉਹਦੇ ਨਾਲ ਡਿਵਾਈਡ ਜਦੋਂ ਮੈਂ ਕਰ ਦੂੰਗਾ ਮੇਰੇ ਕੋਲ ਕੀ ਆ ਜਾਊਗਾ ਅਕਾਊਂਟ ਰਿਸੀਵੇਬਲ। ਸੇਮ ਇਸੇ ਤਰ੍ਹਾਂ ਹੀ ਹੁੰਦਾ ਅਕਾਊਂਟ ਪੇਬਲ ਦੀ ਐਂਟਰੀ ਵੀ ਹੋਊਗੀ, ਉਹਦੇ ਵਿੱਚ ਹੀ ਹੋਊਗਾ ਨੈਟ ਕ੍ਰੈਡਿਟ ਤੁਸੀਂ ਪਰਚੇਜ ਡਿਵਾਈਡ ਬਾਈ ਨੈਟ ਕ੍ਰੈਡਿਟ ਪੇਬਲ, ਜਿੰਨੇ ਤੁਹਾਡੇ ਹੈਗੇ ਉਹਨੂੰ ਡਿਵਾਈਡ ਕਰਕੇ ਅਸੀਂ ਫਾਈਂਡ ਕਰ ਲਾਂਗੇ। ਫਿਰ ਸਾਡੇ ਕੋਲ ਨਿਕਲ ਕੇ ਆਉਂਦੀ ਹੈ ਲੀਵਰੇਜ ਰੇਸ਼ੀਓ। ਲੀਵਰੇਜ ਦਾ ਸਮਝ ਮੀਨਿੰਗ ਕੀ ਹੁੰਦਾ ਹੈ? ਲੀਵਰੇਜ ਹੁੰਦਾ ਵੀ ਜਿਹੜਾ ਸਾਡੇ ਕੋਲ ਪੈਸਾ ਹੁੰਦਾ ਅਸੀਂ ਉਹਨੂੰ ਕਿਸ ਤਰ੍ਹਾਂ ਪ੍ਰੋਪਰ ਯੂਜ਼ ਕਰਦੇ ਹਾਂ ਜਿਹਦਾ ਅਸੀਂ ਫਾਇਦਾ ਲੈ ਸਕੀਏ। ਲੀਵਰੇਜ ਸਾਡੇ ਕੋਲ ਜ਼ਿਆਦਾ ਆਉਂਦੀ ਕੰਪਨੀ ਦੀ ਇਕੁਇਟੀ ਕੈਪੀਟਲ, ਇਹਨਾਂ ਲਿਖਿਆ ਵੀ ਹੈਗਾ ਇਕੁਇਟੀ ਰੇਸ਼ੋ ਫਾਈਂਡ ਕਰਨੀ ਹੈ। ਟੋਟਲ ਲਾਇਬਿਲਿਟੀ ਬਾਈ ਡਿਵਾਈਡ ਬਾਈ ਇਕੁਇਟੀ ਰੇਸ਼ੋ, ਜਿੰਨੀਆਂ ਤੁਹਾਡੀ ਕੰਪਨੀ ਦੀ ਲਾਇਬਿਲਿਟੀਜ਼ ਨੇ ਉਹਨੂੰ ਇਕੁਇਟੀ ਕੈਪੀਟਲ ਉਹਦੇ ਨਾਲ ਡਿਵਾਈਡ ਕਰ ਦੋਗੇ ਤਾਂ ਤੁਹਾਡੇ ਕੋਲ ਲੀਵਰੇਜ ਰੇਸ਼ੋ ਨਿਕਲ ਕੇ ਆ ਜਾਊਗੀ ਇਕੁਇਟੀ ਦੀ। ਅਗਰ ਡੈਬਟ ਰੇਸ਼ੋ ਫਾਈਂਡ ਕਰਨੀ ਹੈਗੀ ਹੈ ਤਾਂ ਤੁਸੀਂ ਟੋਟਲ ਲਾਇਬਿਲਿਟੀ ਨੂੰ ਡਿਵਾਈਡ ਕਰ ਦੋਗੇ ਡੈਬਟ ਰੇਸ਼ੋ ਦੇ ਨਾਲ। ਕੰਪਨੀ ਦੇ ਵਿੱਚ ਕਹਿੰਦਾ ਜਿਹੜੇ ਤੁਹਾਡੇ ਕੋਲ ਫਾਈਨਾਂਸ ਹੁੰਦੇ ਨੇ ਉਹ ਕਿਹੜੇ ਪ੍ਰਕਾਰ ਦੇ ਹੁੰਦੇ ਨੇ? ਡੈਬਟ ਔਰ ਇਕੁਇਟੀ। ਮੋਸਟਲੀ ਕੰਪਨੀ ਜੋ ਹੈ ਹਮੇਸ਼ਾ ਜੋ ਮਿਕਸ ਲੈ ਕੇ ਚੱਲਦੀ ਹੈ ਡਿਵੈਂਚਰ ਪਲੱਸ ਇਕੁਇਟੀ ਸ਼ੇਅਰ ਦਾ ਹੀ ਲੈ ਕੇ ਚੱਲਦੀ ਹੈਗੀ ਹੈ, ਕਿਉਂਕਿ ਅਸੀਂ ਪ੍ਰੈਫਰੈਂਸ ਸ਼ੇਅਰ ਨੂੰ ਪ੍ਰੈਫਰੈਂਸ ਹਰ ਵਾਰ ਦੇਣੀ ਪੈਂਦੀ ਹੈ, ਉਹਨਾਂ ਨੂੰ ਟਾਈਮਲੀ ਤੁਹਾਨੂੰ ਡਿਵੀਡੈਂਡ ਦੇਣਾ ਪਊਗਾ, ਕੰਪਨੀ ਨੂੰ ਪ੍ਰੋਫਿਟ ਹੋਵੇ ਲੋਸ ਹੋਵੇ ਦੇਣੇ ਹੀ ਪੈਂਦੇ ਹੈਗੇ। ਅਗਰ ਕੰਪਨੀ 'ਚ ਪ੍ਰੈਫਰੈਂਸ ਸ਼ੇਅਰ ਹੋਲਡਰ ਵੀ ਹੋਣਗੇ, ਡਿਵੈਂਚਰਸ ਵੀ ਹੋਣਗੇ, ਇਕੁਇਟੀ ਵੀ ਹੋਣਗੇ, ਤਾਂ ਕੰਪਨੀ ਦੇ ਉੱਪਰ ਇਸ ਚੀਜ਼ ਦਾ ਬਰਡਨ ਹਮੇਸ਼ਾ ਰਹਿੰਦਾ ਹੈਗਾ ਕਿ ਡਿਵੈਂਚਰ ਹੋਲਡਰ ਨੂੰ ਤਾਂ ਪੇਮੈਂਟ ਦੇਣੀ ਹੈਗੀ, ਉਹਨਾਂ ਦੇ ਲੋਨ ਹੀ ਹੁੰਦੇ ਨੇ। ਇਕੁਇਟੀ ਸ਼ੇਅਰ ਹੋਲਡਰ ਨਾਲ ਅਸੀਂ ਕਨਫਰਮੇਸ਼ਨ ਵੀ ਲੈ ਲੈਂਦੇ ਹਾਂ ਕਿ ਵੀ ਪ੍ਰੋਫਿਟ ਜ਼ਿਆਦਾ ਹੋਊਗਾ ਅਸੀਂ ਵੱਧ ਵੀ ਦੇ ਦਾਂਗੇ, ਲੇਕਿਨ ਅਗਰ ਲੋਸ ਹੋਊਗਾ ਤਾਂ ਉਹ ਕੁਝ ਟਾਈਮ ਸਫਰ ਵੀ ਕਰ ਸਕਦੇ ਹੁੰਦੇ ਨੇ। ਲੇਕਿਨ ਪ੍ਰੈਫਰੈਂਸ ਸ਼ੇਅਰ ਹੋਲਡਰ ਦੇ ਉੱਪਰ ਬਰਡਨ ਹਮੇਸ਼ਾ ਰਹਿੰਦਾ ਕੰਪਨੀ ਦਾ, ਕਿਉਂਕਿ ਉਹਨਾਂ ਨੇ ਪੈਸੇ ਉਹਨਾਂ ਨੂੰ ਟਾਈਮਲੀ ਦੇਣੇ ਹੀ ਹੋਣਗੇ। ਇਹਨਾਂ ਲਿਖਿਆ ਵੀ ਹੈਗਾ ਵੀ ਕੰਪਨੀ ਦੇ ਵਿੱਚ ਜਿਹੜੇ ਫਾਈਨਾਂਸ ਰੇਜ਼ ਹੁੰਦੇ ਨੇ, ਪੈਸੇ ਆਉਂਦੇ ਹੈਗੇ ਨੇ, ਉਹ ਕਿਵੇਂ ਆਉਂਦੇ ਨੇ? ਇੰਟਰਨਲ ਰਿਸੋਰਸਿਸ। ਕੰਪਨੀ ਕਈ ਵਾਰ ਤਾਂ ਕਹਿੰਦਾ ਆਪਣੇ ਇੰਟਰਨਲ ਬਿਜ਼ਨਸ ਦੇ ਅੰਦਰ ਹੀ ਕੁਝ ਪਰਸਨ ਨੂੰ ਸ਼ੇਅਰ ਹੋਲਡਰ ਬਣਾ ਲੈਂਦੀ ਹੈ, ਪੈਸੇ ਇੱਥੋਂ ਇਕੱਠੇ ਕਰ ਲੈਂਦੀ ਹੈ। ਦੂਸਰਾ ਟੇਕਿੰਗ ਪਬਲਿਕ ਡਿਪੋਜ਼ਿਟਸ। ਕਈ ਵਾਰ ਲੋਕਾਂ ਤੋਂ ਪੈਸਾ ਜਮ੍ਹਾਂ ਕਰਾਉਣਾ ਸਟਾਰਟ ਕਰਵਾ ਦਿੰਦੇ ਨੇ ਵੀ ਲੋਕਾਂ ਨੂੰ ਕੋਈ ਫੈਸਿਲਿਟੀ ਦੇ ਦਿੰਦੇ ਵੀ ਸਾਡੀ ਕੰਪਨੀ 'ਚ ਪੈਸਾ ਲਗਾਓ, ਤੁਹਾਨੂੰ ਇੰਨੇ ਪੈਸੇ ਇੰਨੇ ਟਾਈਮ ਬਾਅਦ ਇੰਨੇ ਪੈਸੇ ਮਿਲਣਗੇ। ਇੱਦਾਂ ਦੀ ਵੀ ਕੁਝ ਕੰਪਨੀਜ਼ ਆ ਜਾਂਦੀਆਂ ਹੈਗੀਆਂ ਨੇ। ਉਸ ਤੋਂ ਬਾਅਦ ਕਮਰਸ਼ੀਅਲ ਬੈਂਕਸ। ਕਮਰਸ਼ੀਅਲ ਬੈਂਕ ਮੀਨ ਜਿਵੇਂ ਗਵਰਨਮੈਂਟ ਬੈਂਕ ਨੇ, ਉਹਨਾਂ ਤੋਂ ਲੋਨ ਵਗੈਰਾ ਵੀ ਮਿਲ ਜਾਂਦੇ, ਸਾਨੂੰ ਪੈਸਾ ਤੋਂ ਜਨਰੇਟ ਹੋ ਜਾਂਦਾ। ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜਿਹੜੀਆਂ ਮੀਨਸ ਗਵਰਨਮੈਂਟ ਨੇ ਇੱਦਾਂ ਦੀਆਂ ਸੰਸਥਾਵਾਂ ਲਗਾਈਆਂ ਨੇ, ਜਿਵੇਂ ਪ੍ਰਾਈਵੇਟ ਸੈਕਟਰ ਬੈਂਕ, ICI, HDFC, ਐਕਸਿਸ, IDBI, IFSC। ਇਹ ਸਾਰੇ ਬੈਂਕਸ ਜਿਹੜੇ ਹੈ ਕੰਪਨੀਜ਼ ਦੀ ਡਿਵੈਲਪਮੈਂਟ ਲਈ, ਜਿਵੇਂ SIDBI ਸਮੋਲ ਇੰਡਸਟਰੀ ਲਈ ਆਇਆ ਹੈਗਾ, IDBI ਇੰਡਸਟਰੀਅਲ ਡਿਵੈਲਪਮੈਂਟ ਲਈ ਆਇਆ ਹੋਇਆ ਹੈ, ਤਾਂ ਇਹ ਸਾਰੀਆਂ ਕਾਰਪੋਰੇਸ਼ਨ ਤੋਂ ਵੀ ਅਸੀਂ ਲੋਨ ਵਗੈਰਾ ਲੈ ਸਕਦੇ ਹਾਂ। ਉਸ ਤੋਂ ਇਲਾਵਾ ਇਨਵੈਸਟਮੈਂਟ ਇੰਸਟੀਟਿਊਸ਼ਨਸ, ਜਿਹੜੇ ਇਨਵੈਸਟਮੈਂਟ ਇੰਸਟੀਟਿਊਸ਼ਨ ਜਿਵੇਂ LIC ਵੀ ਇੱਕ ਤਰ੍ਹਾਂ ਦੀ ਇਨਵੈਸਟਮੈਂਟ ਇੰਸਟੀਟਿਊਸ਼ਨ ਹੀ, ਵੀ ਸਾਡਾ ਪੈਸਾ ਸਾਡੇ ਤੋਂ ਲੈ ਕੇ ਅੱਗੇ ਕਾਰਪੋਰੇਸ਼ਨ ਦੇ ਵਿੱਚ ਹੀ ਇਨਵੈਸਟਮੈਂਟ ਕਰਦੀ ਹੈ, ਉੱਥੋਂ ਪੈਸਾ ਜਨਰੇਟ ਕਰਕੇ ਸਾਨੂੰ ਇਨਕਮ ਜਨਰੇਟ ਕਰਕੇ ਦਿੰਦੀ ਹੈ, ਲੇਕਿਨ ਆਪਣਾ ਬਿਜ਼ਨਸ ਚਲਾਉਂਦੀ ਚਲੀ ਜਾਂਦੀ ਹੈਗੀਆਂ ਨੇ। ਪਰਸਨਲ ਫਾਈਨਾਂਸ, ਜਦੋਂ ਸਿੰਗਲ ਪਰਸਨ ਕੋਈ ਫਾਈਨਾਂਸ ਦੇ ਤੌਰ ਤੇ ਪੈਸਾ ਕੰਪਨੀ ਲਗਾ ਦਿੰਦਾ ਹੈਗਾ। ਉਸ ਤੋਂ ਬਾਅਦ ਗਵਰਨਮੈਂਟ ਗ੍ਰਾਂਟਸ, ਗਵਰਨਮੈਂਟ ਨੇ ਕੋਈ ਛੂਟ ਵਗੈਰਾ ਦਿੱਤੀ ਕਿਸੇ ਕੰਪਨੀ ਲਈ, ਉੱਥੋਂ ਪੈਸਾ ਜਨਰੇਟ, ਜਿਵੇਂ ਐਗਜ਼ਾਮਪਲ ਹੁਣ ਲੋਕਡਾਊਨ ਹੋਇਆ ਸੀ, ਗਵਰਨਮੈਂਟ ਛੂਟ ਦਿੱਤੀ ਵੀ ਕੋਈ ਕੰਪਨੀ ਅਗਰ ਜਿਹਨਾਂ ਨੇ ਲੋਨ ਲੈਣਾ ਲੈ ਲਓ, 1 ਸਾਲ ਲਈ ਤੁਹਾਨੂੰ ਕੋਈ ਕਿਸ਼ਤ ਪੇ ਕਰਨ ਦੀ ਲੋੜ ਨਹੀਂ, ਕੋਈ ਵਿਆਜ ਦੇਣ ਦੀ ਲੋੜ ਨਹੀਂ, ਉਹ ਗਵਰਨਮੈਂਟ ਦੀ ਛੂਟ ਹੀ ਹੋਗੀ। 1 ਸਾਲ ਜਿਹੜੀ ਕੰਪਨੀ ਨੂੰ ਪੈਸਾ ਮਿਲ ਗਿਆ, ਅਗਰ ਮੰਨ ਲਓ ਕਿ ਕੰਪਨੀ ਡਾਊਨ ਜਾ ਰਹੀ 1 ਸਾਲ ਲਈ ਉਹਨੂੰ ਪੈਸਾ ਮਿਲ ਜਾਏ, 1 ਸਾਲ ਤਾਂ ਬਹੁਤ ਕੰਪਨੀ ਬਹੁਤ ਕੁਝ ਕਰ ਸਕਦੀ ਹੈਗੀ, ਤਾਂ ਗ੍ਰਾਂਟਸ ਹੀ ਹੋ ਜਾਂਦੀਆਂ ਨੇ। ਉਸ ਤੋਂ ਬਾਅਦ ਅਦਰਸ ਮੀਨਸ ਵੈਂਚਰ ਕੈਪੀਟਲ ਫਾਈਨੈਂਸਿੰਗ ਹੋਗੀ, ਜਾਂ ਫਿਰ ਲੀਜ਼ ਫਾਈਨੈਂਸਿੰਗ ਹੋਗੀ, ਜਿੱਥੋਂ ਤੁਸੀਂ ਪੈਸੇ ਇਕੱਠੇ ਕਰ ਸਕਦੇ ਹੋ।
ਫਾਈਨਾਂਸਿੰਗ ਦੇ ਵੀ ਸਭ ਤੋਂ ਪਹਿਲਾਂ ਹੁੰਦੀ ਹੈ ਇਕੁਇਟੀ ਫਾਈਨਾਂਸਿੰਗ। ਜਦੋਂ ਕੰਪਨੀ 'ਚ ਕਹਿੰਦਾ ਫਾਈਨਾਂਸ ਇਕੱਠਾ ਕਰਾਂਗੇ ਸਾਰੇ ਇਕੁਇਟੀ ਸ਼ੇਅਰ ਹੋਲਡਰ ਬਣਾ ਦਿੱਤੇ ਜਾਂਦੇ ਨੇ, ਉਹਨੂੰ ਅਸੀਂ ਇਕੁਇਟੀ ਫਾਈਨਾਂਸਿੰਗ ਕਹਾਂਗੇ। ਜਦੋਂ ਕਹਿੰਦਾ ਡੈਬਟ ਫਾਈਨਾਂਸਿੰਗ ਦਾ ਮਤਲਬ ਇਹ ਹੋ ਗਿਆ ਡਿਵੈਂਚਰ ਹੋਲਡਰਸ ਕੰਪਨੀ ਦੇ ਵਿੱਚ ਜ਼ਿਆਦਾਤਰ ਵਧਾ ਦਿੱਤੇ ਜਾਂਦੇ, ਮੀਨਸ ਲੋਕਾਂ ਨੂੰ ਇਨਵੈਸਟਮੈਂਟ ਕਰਾ ਲੈਂਦੇ, ਉਹਨਾਂ ਨੂੰ ਇੰਟਰਸਟ ਰੇਟ ਫਿਕਸ ਦਿੱਤਾ ਜਾਂਦਾ ਹੈ, ਉਹਦਾ ਦੀ ਫਾਈਨਾਂਸਿੰਗ ਨੂੰ ਅਸੀਂ ਕਹਾਂਗੇ ਡੈਬਟ ਫਾਈਨਾਂਸਿੰਗ।